ਜੀ ਲੱਗ ਗਿਆ ਫਿਰ ਇੱਥੇ ਹੁਣ ਕੈਨੇਡਾ ਦੇ ਵਿੱਚ ਪੂਰਾ? ਵਾਧੂ ਜੀ ਲੱਗਾ, ਜਾਣ ਨੂੰ ਜੀ ਨਹੀਂ ਕਰਦਾ ਇੱਥੋਂ। ਤੇ ਜਿਹੜੇ ਤਰਸ ਤੁਰਸ ਦਵਾਉਂਦੇ ਨਾ ਵੀਡੀਓ ਪਾ ਕੇ ਕਿ ਮੰਮੀ ਤੇਰੇ ਪੁੱਤ ਨੇ ਰੋਟੀ ਨਹੀਂ ਖਾਂਦੀ ਆ, ਚੰਗੇ ਭਲੇ ਆ ਇੱਥੇ ਚੌਲ ਖਾਣ ਡੇ। ਤੇ ਮੈਂ ਵੇਖਿਆ ਆਪ ਮੁੰਡੇ ਸਾਡੇ ਨਾਲ ਰਹਿੰਦੇ ਰੋਟੀ ਖਾ ਗਏ ਨੇ, ਤੇ ਮੈਨੂੰ 2 ਦਿਨ ਹੋ ਗਏ ਰੋਟੀ ਨਹੀਂ ਖਾਧੀ। ਏਡੀ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਐਵੇਂ ਪਖੰਡ ਕਰਦੇ ਆ। ਤੇ ਇੱਕ ਕਿਹੜੀ ਅਜਿਹੀ ਚੀਜ਼ ਸੀਗੀ ਜਿਹਦੇ ਕਰਕੇ ਤੁਹਾਨੂੰ ਲੱਗਿਆ ਕਿ ਇੰਡੀਆ ਛੱਡ ਕੇ ਮੈਨੂੰ ਕੈਨੇਡਾ ਆਉਣਾ ਚਾਹੀਦਾ ਆ? ਇਸ ਦਾ ਮੇਨ ਕਾਰਨ ਆ ਗਿਆ ਜੀ ਉਧਰਲੀਆਂ ਨਕਮੀਆਂ ਸਰਕਾਰਾਂ। ਤੇ ਵਿਆਹ ਕਰਾਉਣ ਨੂੰ ਜੀ ਨਹੀਂ ਕਰਦਾ, ਤੇ ਜੋ ਹਾਲਾਤ ਆ ਕੁੜੀਆਂ ਦੇ ਫਿਰ ਆਖੀਦਾ ਵੀ ਨਹੀਂ ਛੜੇ ਚੰਗੇ ਆ। ਕਿ ਕੋਈ ਬੰਦਾ ਕਿਸੇ ਕੋਲ ਕੰਮ ਵੀ ਕਰਦਾ ਹੈ ਤਾਂ ਉਸਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਪੈਸੇ ਨਹੀਂ ਦਿੱਤੇ ਜਾਂਦੇ। ਤਾਂ ਇੰਡੀਆ ਕੋਈ ਕੰਮ ਕਾਰ ਕੀਤਾ ਸੀ? ਜਮਾਂ ਹੀ ਨਹੀਂ ਕੀਤਾ ਸੀ, ਕਦੇ ਉੱਠ ਕੇ ਚਾਹ ਵੀ ਨਹੀਂ ਪੀਤੀ। ਜਿੱਦਾਂ ਆਪਾਂ ਗੋਰਿਆਂ ਨਾਲ ਗੱਲ ਕਰਦੇ ਆ, ਉਹਨਾਂ ਨੂੰ ਇੰਗਲਿਸ਼ ਸਮਝ ਹੀ ਨਹੀਂ ਆਉਂਦੀ। ਚਲੋ ਠੀਕ ਆ, ਗੇੜੀ ਮਾਰਨ ਨੂੰ ਜੀ ਕਰਦਾ ਮਾਰੋ, ਕਿ ਕੁੜੀਆਂ ਨਾ ਛੇੜੋ, ਕਿਸੇ ਬਜ਼ੁਰਗ ਨੂੰ ਨਾ ਤੰਗ ਕਰੋ, ਬਾਕੀ ਆਪਣਾ ਚਿੱਲ ਕਰੋ, ਫਨ ਕਰੋ, ਕੋਈ ਚੱਕਰ ਵਾਲੀ ਗੱਲ ਨਹੀਂ ਗੀ। ਤੁਸੀਂ ਕਿਉਂ ਆਏ ਹੋ ਇੰਡੀਆ ਤੋਂ ਕੈਨੇਡਾ? ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਰਸ਼ਦੀਪ ਕੌਰ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਾਈਫ ਇਨ ਕੈਨੇਡਾ ਦੇ ਇੱਕ ਨਵਾਂ ਐਪੀਸੋਡ ਲੈ ਕੇ ਜੀ ਤੁਹਾਡੇ ਲਈ ਹਾਜ਼ਰ ਹੋ ਚੁੱਕੇ ਹਾਂ ਤੇ ਜਾਣਾਂਗੇ ਲੋਕਾਂ ਤੋਂ ਕਿ ਉਹਨਾਂ ਦਾ ਕੈਨੇਡਾ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਕਿਹੜੀਆਂ ਉਹ ਜੌਬਸ ਕਰ ਰਹੇ ਆ। ਤੇ ਇੱਕ ਜਿਹੜਾ ਨਾਰਮਲੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਲੋਕ ਜੇ ਇੱਥੇ ਆ ਚੁੱਕੇ ਆ ਤੇ ਫਿਰ ਜੇ ਇੰਨੇ ਤੰਗ ਪਰੇਸ਼ਾਨ ਆ ਤਾਂ ਵਾਪਸ ਕਿਉਂ ਨਹੀਂ ਚਲੇ ਜਾਂਦੇ। ਇਹਨਾਂ ਸਾਰੀਆਂ ਕੁਐਸਚਨਸ ਦੇ ਆਪਾਂ ਜਵਾਬ ਆ ਜਿਹੜੇ ਲੋਕਾਂ ਤੋਂ ਲਵਾਂਗੇ ਤੇ ਚੱਲਦੇ ਆ ਤੇ ਦੇਖਦੇ ਆ ਕਿ ਲੋਕਾਂ ਦੇ ਕੀ ਰਿਵਿਊਜ਼ ਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਮੇਰਾ ਨਾਮ ਦਿਲਾਵਰ ਹੈ ਜੀ। ਕਿੰਨਾ ਸਮਾਂ ਹੋ ਗਿਆ ਕੈਨੇਡਾ ਰਹਿੰਦੇ ਨੂੰ? 3 ਸਾਲ ਹੋ ਗਏ। 3 ਸਾਲ ਦੇ ਵਿੱਚ ਜੀ ਲੱਗ ਗਿਆ ਫਿਰ ਇੱਥੇ ਹੁਣ ਕੈਨੇਡਾ ਦੇ ਵਿੱਚ ਪੂਰਾ? ਵਾਧੂ ਜੀ ਲੱਗਾ, ਜਾਣ ਨੂੰ ਜੀ ਨਹੀਂ ਕਰਦਾ ਇੱਥੋਂ। ਤੇ ਅਕਸਰ ਹੀ ਕਹਿੰਦੇ ਕਿ ਸਾਡਾ ਤਾਂ ਇੱਥੇ ਜੀ ਨਹੀਂ ਲੱਗਦਾ, ਤੁਹਾਡਾ ਜੀ ਲੱਗਿਆ ਕਿ ਇੱਥੇ ਪੂਰੀ ਫੈਮਿਲੀ ਆ ਚੁੱਕੀ ਆ ਕਿ ਫਰੈਂਡਸ ਜ਼ਿਆਦਾ ਵਧੀਆ ਮਿਲ ਗਏ ਹੁਣ? ਨਹੀਂ ਵਧੀਆ, ਇਕੱਲੇ ਹੀ ਕਿ ਕੀ ਕਰਨਾ, ਪਿੰਡ ਆ ਕੇ ਇੱਥੇ ਵਧੀਆ ਕੰਮ ਕਾਰ ਕਰੀਦਾ, ਨਿਆਰੇ ਲਈਦੇ ਆ। ਤੇ ਪਿੰਡ ਦੇ ਵਿੱਚ ਨਜ਼ਾਰੇ ਨਹੀਂ ਮਿਲਦੇ ਸੀਗੇ ਮਤਲਬ? ਪਿੰਡ ਕੀ ਉਹ ਗੋਏ ਰੂੜੀਆਂ ਕੀ ਆ, ਇੱਥੇ ਵਧੀਆ ਨਿਆਰੇ ਨਾਲ ਘੁੰਮੀ ਫਿਰੀਦਾ ਵਾ, ਜੋ ਮਰਜ਼ੀ ਆਪਣੇ ਪੈਸੇ ਆ, ਖਾਓ ਪੀਓ ਐਸ਼ ਕਰੋ ਨਾ। ਤੇ ਪਿੰਡ ਦੇ ਵਿੱਚ ਮੰਮੀ ਕਹਿੰਦੇ ਹੋਣੇ ਵੀ ਪੱਠੇ ਵੱਢ ਲਾ, ਆਹ ਚੀਜ਼ ਕਰ ਲਾ, ਉਹ ਚੀਜ਼ ਤੋਂ ਬਚਣ ਦੇ ਲਈ ਕਹਿ ਰਹੇ ਹੋ ਤੁਸੀਂ ਵੀ ਇਹ ਜਗ੍ਹਾ ਵਧੀਆ ਹੈ ਫਿਰ? ਨਹੀਂ ਆਹੋ ਉਹ ਵੀ ਆ, ਉੱਦਾਂ ਵੀ ਠੀਕ ਆ, ਵਧੀਆ ਇੱਥੇ ਸਾਰਾ ਕੁਝ ਆ ਤੁਹਾਡੇ ਸਾਹਮਣੇ ਹੀ ਆ ਕੀ ਹੈ ਨਾ, ਤੇ ਵਧੀਆ ਸਾਰਾ ਕੁਝ ਰੌਣਕਾਂ ਵਾ। ਉੱਥੇ ਕੀ ਪਿੰਡ ਉਹ ਕੰਧਾਂ ਸਾਰਾ ਕੁਝ ਚਾਰੇ ਪਾਸੇ। 18-19 ਸਾਲ ਵੇਖ ਕੇ ਬੋਰ ਹੋ ਗਏ, ਨਵਾਂ ਵੇਖਣਾ ਹੀ ਕੁਝ, ਹੁਣ ਫਿਰ ਇੱਧਰ ਆ ਗਏ। ਨਵਾਂ ਦੇਖਣ ਦੇ ਲਈ ਆਏ ਸੀਗੇ ਤੇ ਜਿਹੜੀਆਂ ਬਾਕੀ ਹੋਰ ਆਪਣੀਆਂ ਹੁੰਦੀਆਂ ਏ ਇੱਛਾਵਾਂ ਹੁੰਦੀਆਂ ਏ ਕਿ ਆਪਾਂ ਵਧੀਆ ਆਪਣੀ ਫੈਮਿਲੀ ਨੂੰ ਵੀ ਸੈਟਲ ਕਰ ਸਕੀਏ, ਉਹ ਚੀਜ਼ਾਂ ਕਿਤੇ ਨਾ ਕਿਤੇ ਪੂਰੀਆਂ ਹੋ ਚੁੱਕੀਆਂ ਨੇ ਹੁਣ? ਫੈਮਿਲੀ ਸੈਟਲ ਹੀ ਆ ਕਿ ਆਪਣਾ ਆਪ ਸੈਟਲ ਕਰੀਏ, ਫੈਮਿਲੀ ਤੇ ਸੈਟਲ ਹੀ, ਰੋਟੀ ਖਾਣ ਹੀ ਡਏ ਮਗਰ ਕੀ ਕਰਨਾ ਇੱਥੇ। ਤੇ ਘਰਦਿਆਂ ਨੂੰ ਘੁਮਾਉਣਾ ਹੈ ਫਿਰ ਕੈਨੇਡਾ? ਹਾਂ ਲਿਆਉਂਦੇ ਕੋਈ ਨਹੀਂ, ਆ ਕੋਵਿਡ ਮੁੱਕਦਾ ਤੇ ਫਿਰ ਘਰਦਿਆਂ ਨੂੰ ਵੀ ਘੁਮਾਉਂਦੇ ਆ ਇੱਧਰ। ਅਕਸਰ ਹੀ ਕਹਿੰਦੇ ਆ ਕਿ ਮੁੰਡੇ ਪਲਾਜ਼ਿਆਂ ਦੇ ਵਿੱਚ ਗੇੜੀਆਂ ਮਾਰਦੇ ਆ, ਤੇ ਇਹ ਚੀਜ਼ ਦਾ ਜਵਾਬ ਮੈਂ ਕਹਿੰਦੀ ਇੱਕ ਮੁੰਡੇ ਤੋਂ ਵੱਧ ਕੋਈ ਹੋਰ ਦੇ ਨਹੀਂ ਸਕਦਾ। ਤੇ ਤੁਹਾਨੂੰ ਕੀ ਲੱਗਦਾ ਇਹ ਚੀਜ਼ ਦੇ ਬਾਰੇ? ਵੇਖੋ ਹੀ ਮਾਰ ਲੈਣੀ ਚਾਹੀਦੀ, ਗੇੜੀ ਮਾਰਨਾ ਕਿਹੜੀ ਮਾੜੀ ਗੱਲ ਆ ਹਨਾ। ਤੇ ਚਲੋ ਕਿਸੇ ਨੂੰ ਆਖੋ ਨਾ, ਕੁਝ ਮਾੜਾ ਚੰਗਾ ਨਾ ਆਖੋ ਹਨਾ। ਤੇ ਆਪਣਾ ਚਲੋ ਠੀਕ ਆ, ਗੇੜੀ ਮਾਰਨ ਨੂੰ ਜੀ ਕਰਦਾ ਮਾਰੋ, ਕਿ ਕੁੜੀਆਂ ਨਾ ਛੇੜੋ, ਕਿਸੇ ਬਜ਼ੁਰਗ ਨੂੰ ਨਾ ਤੰਗ ਕਰੋ, ਬਾਕੀ ਆਪਣਾ ਚਿੱਲ ਕਰੋ, ਫਨ ਕਰੋ, ਕੋਈ ਚੱਕਰ ਵਾਲੀ ਗੱਲ ਨਹੀਂ ਗੀ। ਤੇ ਜਦੋਂ ਫਿਰ ਇੱਥੇ ਆਏ ਸੀ ਉਦੋਂ ਕੋਈ ਸਟਰਗਲ ਕਰਨੇ ਪਏ ਹੋਣ ਜਿਹੜੇ ਉਹਨਾਂ ਦੇ ਬਾਰੇ ਦੱਸਣਾ ਚਾਹੁੰਦੇ ਹੋ? ਹਾਂਜੀ ਸਟਰਗਲ ਵਾਧੂ ਹੀ ਕੀਤਾ, ਕਦੀ ਫੈਕਟਰੀਆਂ ਤੁਹਾਨੂੰ ਪਤਾ ਹੀ ਆ ਹਨਾ, ਭਾਰ ਚੁੱਕਣਾ ਸਾਰਾ ਕੁਝ ਔਖਾ। ਚਲੋ ਹੌਲੀ ਹੌਲੀ ਸਾਲ 1.5 ਸਾਲ ਬਾਅਦ ਸਾਰਾ ਕੁਝ ਸੈੱਟ ਹੋ ਜਾਂਦਾ। ਚਲੋ ਆਪਣੇ ਪੰਜਾਬੀਆਂ ਵਰਗੋਂ ਟਰੱਕ ਟਰੁੱਕ ਤੇ ਚੜ੍ਹ ਜਾਈਦਾ, ਫਿਰ ਚਲੋ ਸੌਖਾ ਹੋ ਜਾਂਦੀ, ਥੋੜੀ ਜ਼ਿੰਦਗੀ ਸੌਖੀ ਹੋ ਜਾਂਦੀ ਆ। ਪਹਿਲਾਂ ਦਾ ਸਟਰਗਲ ਬਹੁਤ ਆ, ਬੱਸਾਂ ਦੇ ਧੱਕੇ ਖਾਓ, ਮੁੜ ਕੇ ਚਲੋ ਗੱਡੀ ਗੁੱਡੀ ਲੈ ਲਓ, ਥੋੜੀ ਜਾਨ ਸੌਖੀ ਹੋ ਜਾਂਦੀ ਇੱਥੇ ਆ ਕੇ। ਜ਼ਿੰਦਗੀ ਬਹੁਤ ਵਧੀਆ ਵਾ, ਨਜ਼ਾਰੇ ਆ, ਸਭ ਕੁਝ ਵਧੀਆ, ਕੰਮ ਕਰੋ, ਖਾਓ ਪੀਓ, ਤੇ ਬਾਕੀ ਆਪਣਾ ਖਿਆਲ ਆਪ ਹੀ ਰੱਖਣਾ ਪੈਣਾ। ਇੱਥੇ ਕੋਈ ਹੈਗਾ ਨਹੀਂ ਜਿਹਨੇ ਖਿਆਲ ਰੱਖਣਾ ਵਾ, ਤੇ ਕੋਈ ਨਾ ਕੋਈ ਸਿੱਖ ਕੇ ਆਓ ਸਕਿੱਲ ਦਾ ਕੰਮ ਇੰਡੀਆ ਤੋਂ। ਤੇ ਜਿਵੇਂ ਕਿ ਆ ਹੇਅਰ ਕੱਟ ਦਾ ਸਿੱਖ ਆਓ ਕੋਈ ਹੈ ਨਾ, ਕੋਈ ਮਕੈਨਿਕ, ਕੋਈ ਕੁੱਕ ਦਾ ਸਿੱਖ ਕੇ ਆਓ, ਉਹਦਾ ਜ਼ਿਆਦਾ ਬੈਨੀਫਿਟ ਆ। ਨਹੀਂ ਤਾਂ ਫਿਰ ਚੁੱਕੋਗੇ ਸਾਲ 1.5 ਸਾਲ ਡੱਬੇ ਹੀ ਮੇਰੇ ਵਰਗੂ, ਤੇ ਬਾਅਦ 'ਚ ਫਿਰ ਟਰੱਕ 'ਤੇ ਚੜ੍ਹਨਾ ਪਊ, ਹੋਰ ਕੀ ਆ ਹੈ ਨਾ। ਤੇ ਹੁਣ ਤੁਸੀਂ ਟਰੱਕਿੰਗ ਦਾ ਮੈਂਸ਼ਨ ਕਰ ਰਹੇ ਹੋ, ਟਰੱਕਿੰਗ ਦਾ ਕੰਮ ਕਰਦੇ ਹੋ ਤੁਸੀਂ? ਹਾਂਜੀ ਟਰੱਕਿੰਗ ਦਾ ਕਰਦੇ ਆ ਜੀ। ਤੇ ਟਰੱਕਿੰਗ ਲਾਈਫ ਵੀ ਕਹਿੰਦੇ ਕਾਫੀ ਹਾਰਡ ਆ, ਉਹਦੇ ਕੋਈ ਸਟਰਗਲਸ ਹੋਣ? ਕਿਉਂਕਿ ਆਪਣੇ ਜਿਹੜੇ ਇੰਡੀਆ ਤੋਂ ਜ਼ਿਆਦਾਤਰ ਆਉਂਦੇ ਆ ਨਾ, ਉਹਨਾਂ ਦਾ ਇੱਕ ਆਹੀ ਹੁੰਦਾ ਹੈ ਉੱਥੇ ਜਾ ਕੇ ਟਰੱਕ ਚਲਾਵਾਂਗੇ। ਹਾਂਜੀ ਹਾਰਡ ਤੇ ਹੈਗੀ ਆ ਚਲੋ, ਪਰ ਫਿਰ ਵੀ ਬਾਕੀ ਜਿੱਦਾਂ ਕਹਿ ਲਓ ਕਿ ਲੇਬਰ ਨੂੰ ਤੇ ਸੌਖੀ ਆ, ਚਲੋ ਪੈਸੇ ਵੀ ਵੱਧ ਆ ਹੈ ਨਾ, ਸਾਨੂੰ ਕਿਹੜਾ ਕੋਈ ਹੋਰ ਆਉਂਦਾ, ਤੇ ਉਹੀ ਫਿਰ ਡਰਾਈਵਰੀ ਕਰ ਸਕਦੇ ਆ। ਤੇ ਫਿਰ ਚਲੋ ਸਾਡੇ ਹਿਸਾਬ ਨਾਲ ਠੀਕ ਆ, ਬਾਕੀ ਕੰਮਾਂ ਨਾਲੋਂ ਸਹੀ ਆ। ਜਾਂ ਤਾਂ ਕੋਈ ਸਕਿੱਲ ਹੋਵੇ ਤਾਂ ਬੰਦਾ ਕਹਿ ਦੇ ਕਿ ਚਲੋ ਉਹ ਕਰ ਲੂ, ਜਦੋਂ ਹੈ ਹੀ ਨਹੀਂ ਸਕਿੱਲ, ਕੋਈ ਗੱਡੀ ਚਲਾਉਣੀ ਆਉਂਦੀ ਆ ਬਸ, ਫਿਰ ਉਹੀ
ਤੇ ਤੁਸੀਂ ਕਹਿ ਰਹੇ ਸੀਗੇ ਕਿ ਇੰਡੀਆ ਨਾਲ ਹੁਣ ਆਹ ਚੀਜ਼ ਹੀ ਵਧੀਆ ਲੱਗਦੀ ਹੈ, ਤੇ ਇੱਕ ਅਕਸਰ ਘਰਦਿਆਂ ਦਾ ਵੀ ਸਵਾਲ ਹੁੰਦਾ ਕਿ ਵਿਆਹ ਕਰਾ ਲਓ, ਜਲਦੀ ਜਲਦੀ ਵਿਆਹ ਕਰਾ ਲਓ, ਤੇ ਤੁਹਾਨੂੰ ਕੀ ਲੱਗਦਾ ਕਿ ਇੱਥੋਂ ਦੇ ਵਿਆਹ ਜ਼ਿਆਦਾ ਵਧੀਆ ਕਿ ਇੰਡੀਆ ਦੇ ਵਿੱਚ ਵਿਆਹ ਜ਼ਿਆਦਾ ਵਧੀਆ? ਤੇ ਵਿਆਹ ਕਰਾਉਣ ਨੂੰ ਜੀ ਨਹੀਂ ਕਰਦਾ, ਤੇ ਜੋ ਹਾਲਾਤ ਆ ਕੁੜੀਆਂ ਦੇ ਫਿਰ ਆਖੀਦਾ ਵੀ ਨਹੀਂ ਛੜੇ ਚੰਗੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਸਿਰਫ ਕੁੜੀਆਂ ਦਾ ਹੀ ਕਸੂਰ ਹੈ ਕਿ ਮੁੰਡੇ ਵੀ ਨਾਲ ਉਨੇ ਹੀ ਜ਼ਿੰਮੇਵਾਰ ਹੈਗੇ ਆ? ਨਹੀਂ ਨਹੀਂ, ਕੁੜੀਆਂ ਦਾ ਵੀ ਯਾਰ ਦੇਖੋ, ਹੁਣ ਚਲੋ ਉਹ ਵਿਆਹ ਵਾਲੀ ਗੱਲ ਕਰ ਲੈਂਦੇ ਆ ਜਿੱਦਾਂ ਹਨਾ, ਤੇ ਉਮਰ ਛੋਟੀ ਹੁੰਦੀ ਆ, ਚਲੋ ਬਾਕੀ ਘਰਦਿਆਂ ਦੀ ਵੀ ਗਲਤੀ ਹੈ, ਐਡੀ ਛੇਤੀ ਨਹੀਂ ਵਿਆਹ ਕਰਨਾ ਚਾਹੀਦਾ ਹਨਾ। ਕਸੂਰ ਤੇ ਤਾੜੀ ਵੇਖੋ ਦੋਵਾਂ ਹੱਥਾਂ ਨਾਲ ਵੱਜਦੀ, ਇੱਕ ਹੱਥ ਨਾਲ ਤੇ ਤਾੜੀ ਵੱਜਦੀ ਨਹੀਂਗੀ। ਤੇ ਮੁੰਡਿਆਂ ਨੂੰ ਵੀ ਇਹ ਹੁੰਦਾ, ਹੁਣ ਕੋਵਿਡ ਕਰਕੇ ਸਟਕ ਹੋਏ ਆ ਕਈ ਲੋਕ, ਉਹਨਾਂ ਨੂੰ ਲੱਗਦਾ ਉਹ ਜਾਣ ਕੇ ਨਹੀਂ ਸਾਨੂੰ ਬੁਲਾਉਂਦੀਆਂ ਨਾ ਇੱਥੇ, ਤੇ ਕੁਝ ਇਦਾਂ ਹੀ ਫਿਰ ਜਦੋਂ ਕੀ ਕਹਿੰਦੇ ਲੌਂਗ ਡਿਸਟੈਂਸ ਹੋ ਜਾਂਦਾ ਕੰਮ, ਤੇ ਫਿਰ ਥੋੜਾ ਔਖਾ ਹੋ ਜਾਂਦਾ ਨਾ, ਤਾਂ ਕਰਕੇ ਕਸੂਰ ਤਾਂ ਬਰਾਬਰ ਦਾ ਹੀ ਹੈ ਜੀ ਦੋਵੇਂ ਪਾਸੇ। ਤੇ ਇੱਕ ਕਹਿੰਦੇ ਆ ਕਿ ਜੇ ਤੁਸੀਂ ਇੱਥੇ ਆ ਹੀ ਗਏ ਹੋ, ਕਈ ਆ ਕੇ ਕਹਿੰਦੇ ਆ ਕਿ ਅਸੀਂ ਇੱਥੇ ਕੰਮ ਕਰਨਾ ਪੈਂਦਾ ਆ, ਜਾਂ ਇਦਾਂ ਅਸੀਂ ਦੁਖੀ ਆ, ਘਰਦਿਆਂ ਨੂੰ ਮਿਸ ਕਰਦੇ ਆ, ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਦੋਂ, ਤੇ ਲੋਕ ਕਹਿ ਦਿੰਦੇ ਵੀ ਫਿਰ ਆਈ ਕਾਹਤੋਂ ਆ ਇੱਥੇ, ਉਹ ਚੀਜ਼ ਦੇ ਬਾਰੇ ਕੀ ਕਹੋਗੇ? ਉਹ ਤੇ ਐਵੇਂ ਜੀ ਲੋਕ ਕਰਦੇ ਆ, ਵੇਖੋ ਤੁਸੀਂ ਕਿਹੜਾ ਦੁਖੀ ਤੇ ਸਭ ਨਿਆਰੇ ਲੈਣ ਡਏ ਆ, ਤੇ ਐਵੇਂ ਇੰਡੀਆ ਵਾਲਿਆਂ ਨੂੰ ਤੰਗ ਕਰਨ ਦੇ ਮਾਰੇ ਘਰਦਿਆਂ ਨੂੰ ਵੀ ਉਹ ਕਹਿੰਦੇ ਨਾ ਵੀ ਆਪਣੇ ਆਪ ਤੇ ਤਰਸ ਜਿਹਾ ਦਿਵਾਉਣਾ ਕਿਸੇ ਨੂੰ ਵੀ ਅਸੀਂ ਬਹੁਤ ਤੰਗ, ਕੋਈ ਤੰਗੀ ਤੁੰਗੀ ਵਾਲੀ ਗੱਲ ਨਹੀਂ ਬਾਈ, ਜਿਹੜਾ ਵੇਂਦਾ ਨਿਆਰੇ ਆ ਇੱਥੇ ਆਓ, ਤੇ ਕੋਈ ਚੱਕਰ ਵਾਲੀ ਗੱਲ ਨਹੀਂ ਗੀ, ਆਪਣੇ ਆਪ ਤੇ ਡਿਪੈਂਡ ਆ, ਨਿਆਰੇ ਲੈਣੇ ਆ ਕਿ ਤੰਗ ਰਹਿਣਾ ਵਾ, ਵਧੀਆ ਫਨ ਕਰੋ, 5 ਦਿਨ ਕੰਮ ਕਰੋ, 2 ਦਿਨ ਫਨ ਕਰੋ, ਐਡਾ ਕੋਈ ਚੱਕਰ ਨਹੀਂ ਹੈਗਾ। ਤੇ ਇੱਕ ਲਾਸਟ ਕੁਐਸਚਨ ਮੇਰਾ ਕਿ ਜਿਵੇਂ ਕੰਮਾਂ ਕਾਰਾਂ ਦੀ ਗੱਲ ਕਰ ਰਹੇ ਆ ਆਪਾਂ, ਤੇ ਉੱਥੇ ਇੰਡੀਆ ਦੇ ਵਿੱਚ ਕੋਈ ਵੀ ਛੋਟਾ ਮੋਟਾ ਕੰਮ ਕਹਿ ਦਈਏ ਕੋਈ ਕਰਦਾ ਨਹੀਂਗਾ, ਜਿਵੇਂ ਕਲੀਨਿੰਗ ਦਾ ਕੰਮ ਲਾ ਲਈਏ ਜਾਂ ਹੋਰ ਸਾਫ਼ ਸਫਾਈ ਦੇ ਕੰਮ ਆ ਜਿਹੜੇ, ਪਰ ਇੱਥੇ ਆ ਕੇ ਸਾਰੇ ਜਣੇ ਉਹ ਕੰਮ ਕਰ ਲੈਂਦੇ ਆ ਬਿਨਾਂ ਹਿਚਕਿਚਾਹਟ ਤੋਂ ਕਿ ਹਾਂ ਅਸੀਂ ਚਲੇ ਜਾਵਾਂਗੇ, ਤੇ ਉਹਦੇ ਬਾਰੇ ਇਦਾਂ ਦੀ ਚੀਜ਼ ਕਿਉਂ ਆ, ਉਹਦੇ ਬਾਰੇ ਕੀ ਕਹੋਗੇ? ਵੇਖੋ ਜੀ, ਹੁਣ ਇੱਥੇ ਜਦੋਂ ਨਵੇਂ ਆਉਂਦੇ ਆ ਸਾਰਾ ਕੁਝ ਕਰਨਾ ਪੈਂਦਾ, ਉਹੀ ਸਕਿੱਲ ਵਾਲੀ ਗੱਲ ਆਪਾਂ ਕੋਲ ਹੁੰਦਾ, ਸਕਿੱਲ ਤਾਂ ਕੋਈ ਹੁੰਦੀ ਨਹੀਂ, ਫਿਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ ਰੋਟੀ ਪਾਣੀ ਚਲਾਉਣ ਨੂੰ। ਤੇ ਫਿਰ ਵੇਖੋ ਹੁਣ ਜਦੋਂ ਪਤਾ ਹੀ ਆ ਵੀ ਇੱਥੇ ਉੱਥੋਂ 60 ਆਉਣਗੇ ਤੇ ਇੱਥੇ ਇੱਕ ਬਹਾਨਾ ਵਾ, ਤੇ ਉਸ ਹਿਸਾਬ ਨਾਲ ਫਿਰ ਕੰਮ ਤੇ ਕਰਨਾ ਹੀ ਪੈਣਾ ਵਾ, ਕੋਈ ਵੀ ਮਿਲ ਜੇ ਫਿਰ ਨਵੇਂ ਨੂੰ ਤਾਂ ਕਰਨਾ ਪੈਣਾ, ਹੌਲੀ ਹੌਲੀ ਜਦੋਂ ਕੋਈ ਨਾ ਕੋਈ ਚੀਜ਼ ਗੇਨ ਕਰ ਲੈਂਦਾ ਬੰਦਾ ਫਿਰ ਥੋੜਾ ਸੌਖਾ ਹੋ ਜਾਂਦਾ, ਨਵੇਂ ਤਾਂ ਕਲੀਨਿੰਗ ਸਭ ਕੁਝ ਹੀ ਕਰਨਾ ਪੈਣਾ। ਤੇ ਘਰਦਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਦੋਂ ਇਹ ਪ੍ਰੋਗਰਾਮ ਦੇਖਣਗੇ? ਘਰਦਿਆਂ ਨੇ ਵੇਖ ਹੀ ਲਈ ਹੈ, ਇੰਟਰਵਿਊ ਸੋਹਣੀ ਲੈਣੀ, ਇੰਨੇ ਕਿ ਜੀ ਵੀ ਨਿਆਰੇ ਲੈਣ ਡਏ, ਖੁਸ਼ ਆ, ਬਾਕੀ ਖੁਸ਼ ਆ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਗੀ, ਸਾਰੇ ਹੀ ਖੁਸ਼ ਆ ਇੱਥੇ। ਤੇ ਜਿਹੜੇ ਤਰਸ ਦਵਾਉਂਦੇ ਨਾ ਵੀਡੀਓ ਪਾ ਕੇ ਕਿ ਮੰਮੀ ਤੇਰੇ ਪੁੱਤ ਨੇ ਰੋਟੀ ਨਹੀਂ ਖਾਂਦੀ ਆ, ਚੰਗੇ ਭਲੇ ਆ ਇੱਥੇ ਚੌਲ ਖਾਣ ਡੇ, ਮੈਂ ਵੇਖਿਆ ਆਪ ਮੁੰਡੇ ਸਾਡੇ ਨਾਲ ਰਹਿੰਦੇ ਰੋਟੀ ਖਾ ਗਏ ਨੇ, ਤੇ ਮੈਨੂੰ 2 ਦਿਨ ਹੋ ਗਏ ਰੋਟੀ ਨਹੀਂ ਖਾਧੀ, ਏਡੀ ਕੋਈ ਚੱਕਰ ਵਾਲੀ ਗੱਲ ਨਹੀਂ ਗੀ, ਐਵੇਂ ਪਖੰਡ ਕਰਦੇ ਆ, ਤੇ ਵਧੀਆ ਸਭ ਕੋਈ, ਭੁੱਖਾ ਨਹੀਂ ਕੋਈ ਹੈਗਾ, ਤੇ ਕੰਮ ਕਰੋ ਨਿਆਰੇ ਲਓ, ਦੋਵੇਂ ਚੀਜ਼ਾਂ ਬੈਲੈਂਸ ਕਰਕੇ ਚੱਲੋ ਤੇ ਬਹੁਤ ਵਧੀਆ ਵਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਰਸਪ੍ਰੀਤ। ਰਸਪ੍ਰੀਤ, ਬੜਾ ਡਿਫਰੈਂਟ ਜਿਹਾ ਨਾਮ ਰੱਖਿਆ ਹੈ, ਕੀ ਗੱਲ ਕਿਹਨੇ ਰੱਖਿਆ ਇਹ ਨਾਮ? ਫਿਰ ਪਾਪਾ ਨੇ। ਪਾਪਾ ਨੇ ਨਾਮ ਰੱਖਿਆ ਰਸਪ੍ਰੀਤ। ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਆਏ ਨੂੰ? ਅਪਰੋਕਸ ਸਾਲ ਹੋਣ ਵਾਲਾ। ਸਾਲ ਹੋਣ ਵਾਲਾ। ਸਾਲ ਦਾ ਪੂਰਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਹੈ? ਆਲ ਓਵਰ ਗੁੱਡ ਸੀ। ਸਟਾਰਟਿੰਗ 'ਚ ਕਹਿੰਦੇ ਡਿਫਿਕਲਟੀ ਆਉਂਦੀ, ਉਹ ਤਾਂ ਸਾਨੂੰ ਪਤਾ ਸਟਰਗਲ ਕਰਨਾ ਹੀ ਪੈਂਦਾ ਹੈ। ਸਟਰਗਲ ਕਰਨਾ ਪੈਂਦਾ। ਕਿਹੜੇ ਟਾਈਪ ਦੇ ਸਟਰਗਲਸ ਤੁਹਾਨੂੰ ਕਰਨੇ ਪਏ ਇੱਥੇ, ਕੰਮਕਾਰ ਨੂੰ ਲੈ ਕੇ, ਪੜ੍ਹਾਈ ਨੂੰ ਲੈ ਕੇ, ਜਾਂ ਕਿਦਾਂ ਦੇ ਸਟਰਗਲ? ਦੋਨੋਂ ਹੀ। ਹਾਂਜੀ, ਇੱਦਾਂ ਹੈ ਕਿ ਇੱਕ ਔਨਲਾਈਨ ਸਟੱਡੀ ਕਰਕੇ ਥੋੜ੍ਹਾ ਸੌਖਾ ਹੋ ਗਿਆ, ਨਹੀਂ ਤਾਂ ਫਿਰ ਕੰਮ ਕਰਨਾ ਵੀ ਡਿਫਿਕਲਟ ਹੋ ਜਾਂਦਾ, ਜਿੱਦਾਂ ਪਾਰਟ ਟਾਈਮ ਮਿਲਦਾ ਨਹੀਂ ਸੀ, ਹੁਣ ਚਲੋ ਡਰੋਪ ਆ ਅਤੇ ਹੁਣ ਵਧੀਆ ਕੰਮਕਾਰ ਚੱਲੀ ਜਾਂਦਾ। ਕੰਮਕਾਰ ਕਰਨਾ ਫਿਰ ਔਖਾ ਲੱਗਦਾ? ਇੰਡੀਆ ਕੋਈ ਕੰਮਕਾਰ ਕੀਤਾ ਸੀ? ਜਮਾਂ ਹੀ ਨਹੀਂ ਕੀਤਾ ਸੀ, ਕਦੇ ਉੱਠ ਕੇ ਚਾਹ ਵੀ ਨਹੀਂ ਪੀਤੀ। ਚਾਹ ਵੀ ਨਹੀਂ ਪੀਤੀ, ਤੇ ਫਿਰ ਇੱਥੇ ਹੁਣ ਫਿਰ ਸ਼ਿਫਟਾਂ ਲੱਗਦੀਆਂ, ਤੇ ਫਿਰ ਕਿਵੇਂ ਦਿਲ ਨੂੰ ਖੋਜ ਪੈਂਦੇ ਵੀ ਕਿੱਥੇ ਆ ਗਏ? ਕਦੇ ਕਦੇ ਹੁੰਦਾ, ਪਰ ਫਿਰ ਐਂ ਵੀ ਹੁੰਦਾ ਕਿ ਹਾਂ ਚਲੋ ਘਰਦਿਆਂ ਨੇ ਪੈਸੇ ਲਾਇਆ ਕਾਹਦੇ ਵਾਸਤੇ। ਚਲੋ ਇਹ ਤਾਂ ਪਤਾ ਹੀ ਆ ਹੈ ਨਾ ਵੀ ਉੱਧਰ ਕੁਛ ਬਣਨਾ ਨਹੀਂ ਆਪਦੀ ਲਾਈਫ ਦਾ, ਅਤੇ ਇੱਥੇ ਵਧੀਆ ਸੈਟਲ ਹੋ ਜਾਵਾਂਗੇ। ਇਹ ਇੱਕ ਅਕਸਰ ਹੀ ਕਿਹਾ ਜਾਂਦਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਆਪਾਂ ਮਿਹਨਤਾਂ ਕਰ ਰਹੇ ਹਾਂ ਤੇ ਤੁਸੀਂ ਫਿਰ ਪੈਸੇ ਕਮਾ ਰਹੇ ਹੋ, ਪਰ ਅੱਜ ਕੱਲ੍ਹ ਕੁੜੀਆਂ 'ਤੇ ਬਹੁਤ ਵੱਡਾ ਮੈਟਰ ਚੱਲ ਰਿਹਾ ਕਿ ਕੁੜੀਆਂ ਇੱਥੇ ਆ ਕੇ ਬਾਹਰ ਆ ਕੇ ਧੋਖੇ ਦੇ ਦਿੰਦੀਆਂ ਆ, ਜਾਂ ਇੱਦਾਂ ਦੀਆਂ ਗੱਲਾਂ ਹੋ ਰਹੀਆਂ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਕੱਲ੍ਹ ਇਹ ਸਾਰਾ ਕੁਛ ਆਪਾਂ ਇੰਸਟਾਗ੍ਰਾਮ ਹੈ ਨਾ, ਫੇਸਬੁੱਕ ਵਗੈਰਾ 'ਤੇ ਦੇਖਦੀ ਹਾਂ ਕਿ ਕੁੜੀਆਂ ਵਿਆਹ ਕਰਵਾ ਕੇ ਆ ਕੇ ਇੱਥੇ ਬਦਲ ਜਾਂਦੀਆਂ। ਕਈ ਵਾਰ ਇੱਦਾਂ ਹੁੰਦਾ ਵੀ ਬੰਦੇ ਦੀ ਕੰਪਨੀ ਨਹੀਂ ਸਹੀ ਰਹਿੰਦੀ, ਆ ਕੇ ਪਹਿਲਾਂ ਬੰਦਾ ਸਹੀ ਹੁੰਦਾ, ਬਟ ਜਿੱਦਾਂ ਦੀ ਕੰਪਨੀ ਹੁੰਦੀ ਉੱਦਾਂ ਦਾ ਬਣ ਜਾਂਦਾ। ਜਿਵੇਂ ਕਈਆਂ ਨੂੰ ਖੁੱਲ੍ਹ ਨਹੀਂ ਮਿਲਦੀ ਇੰਡੀਆ, ਆਪਾਂ ਦੇਖਦੇ ਹਾਂ ਹੈ ਨਾ, ਘਰੋਂ ਬਾਹਰ ਨਹੀਂ ਜਾਂਦੀ, ਇੱਥੇ ਆ ਕੇ ਜਮਾਂ ਹੀ ਨਹੀਂ ਹੁੰਦਾ ਕਿ ਘਰ ਦੇ ਰੋਕ ਟੋਕ ਕਰਨਗੇ। ਸੋ ਓਬਵੀਅਸ ਆ ਵੀ ਇੱਥੋਂ ਦਾ ਇਨਵਾਇਰਮੈਂਟ ਵਧੀਆ, ਬਟ ਕਈ ਲੋਕਾਂ ਨੂੰ ਹੁੰਦਾ ਹੈ ਨਾ ਵੀ ਚੱਲ ਕੋਈ ਰੋਕ ਟੋਕ ਨਹੀਂ, ਆਪਾਂ ਜੋ ਮਰਜ਼ੀ ਕਰੀਏ, ਕਿਹੜਾ ਕਿਸੇ ਨੇ ਕੁਛ ਕਹਿਣਾ। ਸੋ ਹੋ ਸਕਦਾ ਕਿ ਕੁੜੀਆਂ ਚੇਂਜ ਹੋ ਹੀ ਜਾਂਦੀਆਂ ਆ ਕੇ। ਤੇ ਫਿਰ ਇੱਥੇ ਆ ਕੇ ਕਿੰਨੀਆਂ ਕੁ ਪ੍ਰੋਬਲਮਸ ਆਈਆਂ? ਰੋਟੀ ਪਾਣੀ ਬਣਾਉਣਾ ਆਉਂਦਾ? ਪਹਿਲਾਂ ਤਾਂ ਨਹੀਂ ਆਉਂਦਾ ਸੀ, ਹੁਣ ਆਉਂਦਾ।
ਹੁਣ ਆਉਂਦਾ ਫਿਰ ਹੁਣ ਆ ਕੇ ਇੱਥੇ ਸਿੱਖਿਆ ਕਿ ਮੰਮੀ ਨੇ ਉੱਥੋਂ ਗਾਲਾਂ ਦੇ ਦੇ ਕੇ ਵੀ ਸਿੱਖ ਲੈ ਕੁਛ ਜਾ ਕੇ ਬਣਾਉਣਾ ਹੈ ਫਿਰ ਤਾਂ ਸਿੱਖਿਆ ਹੈ? ਉੱਥੇ ਤਾਂ ਜਮਾਂ ਹੀ ਨਹੀਂ ਸੀ ਸਿੱਖਿਆ, ਮੈਂ ਕਦੇ ਵੀ ਨਹੀਂ ਕੰਮ ਕੀਤਾ ਸੀਗਾ, ਨਾ ਪਾਪਾ ਨੇ ਕਦੇ ਕਰਨ ਦਿੱਤਾ। ਕਹਿ ਦਿੰਦੇ ਸੀ ਕਿ ਕੁੜੀ ਤੋਂ ਕੰਮ ਕਿਉਂ ਕਰਾਉਣਾ, ਚੱਲ ਥੋੜਾ ਟਾਈਮ ਹੈਗੀ ਆ। ਇੱਥੇ ਆ ਕੇ ਚਲੋ ਲੱਗਿਆ ਹਨਾ ਵੀ ਮੰਮਾ ਨੂੰ ਫੋਨ ਕਰਨਾ, ਮੰਮਾ ਦੱਸੋ ਆਹ ਸਬਜ਼ੀ ਕਿਵੇਂ ਬਣਨੀ ਆ, ਆਟਾ ਵੀ ਮੈਂ ਇੱਥੇ ਆ ਕੇ ਸਿੱਖਿਆ। ਸਾਰਾ ਕੰਮ ਇੱਥੇ ਆ ਕੇ ਸਿੱਖਿਆ, ਫਿਰ ਥੋੜੀ ਜਿਹੀ ਉਹ ਹੋ ਗਿਆ ਹੋਊਗਾ ਵੀ ਚੱਲ ਹੁਣ ਘਰਦਿਆਂ ਨੂੰ ਹੋਊਗਾ ਵੀ ਸਾਡੀ ਕੁੜੀ ਜ਼ਿੰਮੇਵਾਰ ਹੋਊਗੀ, ਹੈਗੇ ਨਿੱਕੇ ਜਿਹੇ ਹੋ। ਹੋਰ ਤੇ ਕਦੇ ਇਦਾਂ ਹੋਇਆ ਵੀ ਤੁਹਾਨੂੰ ਕਦੇ ਕਿਸੇ ਨੇ ਕਿਹਾ ਹੋਵੇ ਕਿ ਕੁੜੀ ਨਿੱਕੀ ਜੀ ਆ ਹਨਾ, ਵੀ ਕਈ ਵਾਰੀ ਹੁੰਦਾ ਡਿਸਕ੍ਰਿਮੀਨੇਸ਼ਨ ਕਰ ਦਿੰਦੇ ਆ ਵੀ ਇੱਥੇ ਜਿਵੇਂ ਆਪਣੀ ਏਜ ਛੋਟੀ ਆ ਹਲੇ, ਤਾਂ ਉਹਦੇ ਕਰਕੇ ਤੁਹਾਨੂੰ ਲੱਗਿਆ ਹੋਵੇ ਕਿ ਕਦੇ ਨਾ ਕਦੇ ਕਿਤੇ ਨਾ ਕਿਤੇ ਤੁਹਾਨੂੰ ਪਿੱਛੇ ਛੱਡਿਆ ਜਾ ਰਿਹਾ ਹੋਵੇ? ਕਦੇ ਕਦੇ ਮਤਲਬ ਖੁਦ ਨੂੰ ਫੀਲ ਹੁੰਦਾ ਹਨਾ, ਜਦੋਂ ਕਿ ਕਹਿ ਦਿੰਦੇ ਏਜ ਛੋਟੀ ਆ, ਬਟ ਮੈਂ ਆਪਦੇ ਮਨ 'ਚ ਸੋਚਦੀ ਹਾਂ ਵੀ ਲੋਕਾਂ ਨੂੰ ਕੀ ਕਹਿਣਾ, ਇਹ ਤਾਂ ਬੋਲਦੇ ਰਹਿੰਦੇ ਆ, ਆਪਾਂ ਆਪਦੀ ਲਾਈਫ ਵੱਲ ਧਿਆਨ ਦਈਏ ਤਾਂ ਜ਼ਿਆਦਾ ਬੈਟਰ ਆ। ਤੁਹਾਡਾ ਮੇਨ ਕਾਰਨ ਕੀ ਸੀਗਾ ਇੰਡੀਆ ਤੋਂ ਕੈਨੇਡਾ ਆਉਣ ਦਾ? ਮੇਨ ਕਾਰਨ ਤਾਂ ਇਹ ਸੀ ਕਿ ਇੱਥੇ ਆ ਕੇ ਸਟੱਡੀ ਕਰਾਂਗੇ, ਅੱਗੇ ਵਧੀਆ ਜੌਬ ਮਿਲ ਜੂਗੀ। ਜਿਵੇਂ ਇੰਡੀਆ 'ਚ ਹੁੰਦਾ ਹਨਾ ਕਿ ਜੌਬ ਨਹੀਂ ਵਧੀਆ ਮਿਲਦੀ, ਜਿੰਨਾ ਮਰਜ਼ੀ ਕਰ ਲਓ। ਵੀ ਪੇਰੈਂਟਸ ਸੀ ਹਨਾ, ਉਹਨਾਂ ਨੇ ਚਲੋ ਪਹਿਲਾਂ ਸੀ ਵੀ ਨਹੀਂ ਮਤਲਬ ਕਿ ਰਿਸ਼ਵਤ ਨਹੀਂ ਲੈਂਦੇ ਸੀਗੇ, ਵਧੀਆ ਜੌਬ ਮਿਲ ਗਈ ਉਹਨਾਂ ਨੂੰ, ਆਪਦੀ ਲਾਈਫ 'ਚ ਸੈਟਲ ਆ। ਪਰ ਘਰਦਿਆਂ ਨੂੰ ਵੀ ਲੱਗਿਆ ਵੀ ਹਾਂ ਇੱਥੇ ਹੁਣ ਬੱਚਿਆਂ ਦਾ ਫਿਊਚਰ ਨਹੀਂ ਗਾ, ਇਹਨਾਂ ਨੂੰ ਬਾਹਰ ਭੇਜ ਦੀ, ਉੱਥੇ ਜਾ ਕੇ ਵਧੀਆ ਜੌਬ ਕਰਨਗੇ, PR ਹੋਣਗੇ, ਸੈਟਲ ਹੋਣਗੇ, ਵਧੀਆ ਫਿਊਚਰ ਬਣੂਗਾ। ਇਹੀ ਕਾਰਨ ਸੀ। ਤੇ ਅਕਸਰ ਹੀ ਕਹਿੰਦੇ ਵੀ ਜੇ ਇੰਨੀ ਮਿਹਨਤ ਜਿੰਨੀ ਇੱਥੇ ਕਰਦੇ ਹੋ, ਜੇ ਇੰਡੀਆ ਕੀਤੀ ਹੁੰਦੀ ਤਾਂ ਸ਼ਾਇਦ ਉੱਥੇ ਵੀ ਤੁਹਾਡੇ ਨਾਲ ਘਰਦਿਆਂ ਕੋਲੇ ਰਹਿ ਲੈਂਦੇ, ਤੇ ਉਹਦੇ ਬਾਰੇ ਕੀ ਕਹੋਗੇ? ਇਸ ਬਾਰੇ ਇਹੀ ਆ ਵੀ ਜਿਨ੍ਹਾਂ ਨੂੰ ਲੱਗਦਾ ਕਿ ਹਾਂ ਉੱਥੇ ਮਿਹਨਤ ਕਰਕੇ ਸਾਡੀ ਲਾਈਫ ਬਣ ਸਕਦੀ ਹੈ, ਉਹ ਨਾ ਆਉਣ, ਕਿਉਂਕਿ ਉੱਥੇ ਤਾਂ ਕਿਸੇ ਦਾ ਕੁਝ ਨਹੀਂ ਬਣਨਾ। ਕਰਦੇ ਸੀ ਹਨਾ, ਉਹਨਾਂ ਦਾ ਵਧੀਆ ਫਿਊਚਰ ਹੈਗਾ, ਉਹਨਾਂ ਦੇ ਪੈਸੇ ਤੇ ਕਿੰਨਾ ਕੁ ਟਾਈਮ ਬੰਦਾ ਐਸ਼ ਕਰੂਗਾ, ਖੁਦ ਨੂੰ ਵੀ ਲਾਈਫ ਬਣਾਉਣੀ ਪੈਣੀ ਆ, ਅੱਗੇ ਆਪਦੇ ਫਿਊਚਰ ਬਾਰੇ ਵੀ ਸੋਚਣਾ। ਤਾਂ ਮੇਰਾ ਤਾਂ ਇਹੀ ਖਿਆਲ ਆ ਕਿ ਇੱਥੇ ਆ ਕੇ ਜਿਹਨੇ ਆਪਦੀ ਲਾਈਫ ਬਣਾਉਣੀ ਆ, ਮਿਹਨਤ ਕਰੋ, ਇੰਡੀਆ ਰਹਿ ਕੇ ਤਾਂ ਕੁਝ ਵੀ ਨਹੀਂ ਹੋਣਾ। ਇੰਡੀਆ ਰਹਿ ਕੇ ਕੁਛ ਵੀ ਨਹੀਂ ਹੋਣਾ। ਤੁਹਾਨੂੰ ਕੀ ਲੱਗਦਾ ਕਿ ਜੇ ਤੁਸੀਂ ਉੱਥੇ ਪ੍ਰੋਪਰਲੀ ਜਿੰਨਾ ਤੁਸੀਂ ਇੱਥੇ ਕੰਮ ਕਰ ਰਹੇ ਹੋ, ਜੇ ਇਨਕਮ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਸੇਮ ਜੇ ਕੰਮ ਹੋ ਜਾਣੇ ਸੀ ਜੇ ਤੁਹਾਨੂੰ ਉੱਥੇ ਜੌਬ ਮਿਲ ਜਾਂਦੀ? ਨਹੀਂ ਹੋਣਾ ਸੀ, ਇਹ ਤਾਂ ਸਭ ਨੂੰ ਹੀ ਪਤਾ ਹੈ ਨਾ ਕਿ ਬੰਦਾ ਜਿੰਨੀ ਮਰਜ਼ੀ ਮਿਹਨਤ ਕਰ ਲੇ, ਉੱਥੇ ਤਾਂ ਸਾਰਿਆਂ ਨਾਲੋਂ ਪਹਿਲਾਂ ਉਹਨਾਂ ਨੂੰ ਜ਼ਿਆਦਾ ਪਹਿਲ ਦਿੰਦੇ ਆ ਵੀ ਜਿਹੜੇ ਉਹਨਾਂ ਨੂੰ ਰਿਸ਼ਵਤ ਦੇਣਗੇ। ਵੀ ਇੰਨਾ ਬੰਦਾ ਕੋਈ ਵੀ ਨਹੀਂ ਹੁੰਦਾ ਪੈਸੇ ਵਾਲਾ ਵੀ ਹਾਂ ਅਸੀਂ ਰਿਸ਼ਵਤ ਦੇ ਕੇ ਜੌਬ 'ਤੇ ਲੱਗ ਜਾਈਏ। ਅਤੇ ਇੱਕ ਘਰਦਿਆਂ ਨੂੰ ਵੀ ਹੁੰਦਾ ਵੀ ਹਾਂ ਜੇ ਬੱਚੇ ਨੇ ਆਪਦੀ ਲਾਈਫ ਬਣਾਉਣੀ ਆ ਅਤੇ ਆਪਦੇ ਪੈਰਾਂ 'ਤੇ ਸਟੈਂਡ ਹੋਵੇ, ਕਿਉਂ ਇਹਨਾਂ 'ਤੇ ਪੈਸੇ ਲਾਉਣੇ। ਕਰਦੇ ਤਾਂ ਉਂਝ ਹੀ ਕਹਿ ਦਿੰਦੇ ਆ ਹੈ ਨਾ ਵੀ ਹੁਣ ਚਲੋ ਭੇਜਿਆ ਉਹਨਾਂ ਨੇ, ਕਿਸੇ ਗੱਲੋਂ ਭੇਜਿਆ, ਉੱਥੇ ਰਹਿ ਕੇ ਉਹ ਪੈਸੇ ਦੇਣਗੇ, ਫਿਰ ਆਪਾਂ ਕਮਾਵਾਂਗੇ, ਉਹਨਾਂ ਤਾਂ ਮੁੱਲ ਵੀ ਨਹੀਂ ਪੈਣਾ। ਤੇ ਜੇਕਰ ਗੱਲ ਕਰੀਏ ਉੱਥੇ ਪਿੱਛੇ ਸਾਰੇ ਰਿਸ਼ਤੇਦਾਰ ਰਹਿ ਗਏ, ਤੇ ਫਿਰ ਕਿੰਨੀ ਕੁ ਯਾਦ ਆਉਂਦੀ ਹੈ ਸਾਰਿਆਂ ਦੀ ਵੀ ਇੱਥੇ ਤਾਂ ਇਕੱਲੇ ਜਿਹੇ ਰਹਿ ਗਏ ਆ? ਯਾਦ ਤਾਂ ਬਹੁਤ ਆਉਂਦੀ ਆ, ਪਰ ਜਿੱਥੇ ਹੁਣ ਰਹਿੰਦੇ ਹਾਂ ਉਹ ਵੀ ਸਾਰੀ ਵਧੀਆ ਫੈਮਿਲੀ ਵਾਂਗੂ ਆ। ਅਤੇ ਜਦੋਂ ਨਾਲ ਇਕੱਠੇ ਬੈਠੀ ਦਾ ਹੈ ਨਾ, ਕਦੇ ਫੀਲ ਨਹੀਂ ਹੁੰਦਾ ਵੀ ਹਾਂ ਅਸੀਂ ਦੂਰ ਆਏ ਹਾਂ ਘਰਦਿਆਂ ਤੋਂ, ਬਟ ਉਦੋਂ ਹੁੰਦਾ ਜਦੋਂ ਸਾਰੇ ਘਰ ਦੇ ਇਕੱਠੇ ਹੋ ਕੇ ਫੋਨ ਲਾਉਂਦੇ ਆ, ਕੋਈ ਫੰਕਸ਼ਨ ਹੁੰਦਾ, ਬਸ ਉਦੋਂ ਯਾਦ ਆਉਂਦੀ ਵੀ ਹਾਂ ਮੈਂ ਵੀ ਨਾਲ ਹੁੰਦੀ ਤਾਂ ਵਧੀਆ ਹੋਣਾ ਸੀ। ਜੇ ਫੰਕਸ਼ਨ ਦੀ ਗੱਲ ਕਰੀਏ ਤਾਂ ਇੱਕ ਬੰਦੇ ਦੀ ਲਾਈਫ ਦਾ ਸਭ ਤੋਂ ਮੇਨ ਪਾਰਟ ਕਹਿ ਦਿੰਦੇ ਆ ਵਿਆਹ। ਘਰ ਦੇ ਵੀ ਅਕਸਰ ਜਦੋਂ ਫੋਨ ਲਾਉਂਦੇ ਨੇ ਕਹਿੰਦੇ ਰਹਿੰਦੇ ਆ ਵਿਆਹ ਕਰਾ ਲਾ, ਹਲੇ ਤੱਕ ਤੇਰੀ ਉਮਰ ਹੋ ਜਾਣੀ ਆ, ਜਦੋਂ ਜੋ ਮਰਜ਼ੀ ਕਹਿ ਲਈਏ ਹੈ ਨਾ, ਵਿਆਹ ਦਾ ਮੇਨ ਇਸ਼ੂ ਹੁੰਦਾ ਆ। ਤਾਂ ਤੁਹਾਨੂੰ ਕੀ ਲੱਗਦਾ ਕਿ ਕੈਨੇਡਾ ਦੇ ਵਿਆਹ ਜ਼ਿਆਦਾ ਵਧੀਆ ਹੋਣਗੇ ਕਿ ਇੰਡੀਆ ਦੇ ਵਿਆਹ? ਆਬਵੀਅਸਲੀ ਇੰਡੀਆ। ਇਹਦੇ ਪਿੱਛੇ ਕੀ ਕਾਰਨ ਲੱਗਦਾ? ਮੈਨੂੰ ਤਾਂ ਇਹੀ ਕਾਰਨ ਲੱਗਦਾ, ਮੇਰੀ ਸਿਸਟਰ ਮਤਲਬ ਜਦੋਂ ਆਈ ਸੀ ਹੈ ਨਾ, ਉਹਨਾਂ ਦੀ ਮੈਰਿਜ ਲਈ ਸਾਰੀ ਸ਼ਾਪਿੰਗ ਮੈਂ ਕੀਤੀ, ਮੈਨੂੰ ਬੜਾ ਵਧੀਆ ਲੱਗਾ ਕਿ ਹਾਂ ਚਲੋ ਵਧੀਆ ਘੁੰਮਦੇ ਆ, ਐਸ਼ ਕਰਦੇ ਆ ਹੈ ਨਾ। ਵੀ ਉੱਥੇ ਇੱਧਰ ਵੀ ਕੀ ਵਿਆਹ ਘਰਦਿਆਂ ਤੋਂ ਬਿਨਾਂ, ਰਿਸ਼ਤੇਦਾਰਾਂ ਤੋਂ ਬਿਨਾਂ, ਉੱਥੇ ਵਧੀਆ ਖੱਪ ਪਾਈਦੀ ਆ, ਨਾਨਕੇ ਆਉਂਦੇ ਆ, ਦਾਦਕੇ ਹੁੰਦੇ ਆ, ਬੋਲੀਆਂ ਪਾਉਂਦੇ ਇੱਕ ਦੂਜੇ ਨਾਲ, ਐ ਨਜ਼ਾਰਾ ਹੁੰਦਾ ਦੇਖਣ ਦਾ ਵੀ ਹਾਂ ਕੌਣ ਜਿੱਤਦਾ। ਇੱਥੇ ਤਾਂ ਕਿਹਨੇ ਆਉਣਾ, ਇੱਥੇ ਯਾਰ ਦੋਸਤ ਹੈ ਨਾ ਸਾਰਿਆਂ ਦੇ ਕਹਿ ਦਿੰਦੇ ਆ, ਫੰਕਸ਼ਨ ਹੁੰਦਾ ਚਲੋ ਉਦੋਂ ਵਧੀਆ ਛੋਟਾ ਮੋਟਾ ਚਲੋ ਵਧੀਆ ਹੈ ਨਾ ਸਾਰੇ ਇਕੱਠੇ ਆ, ਪਰ ਵਿਆਹ ਤਾਂ ਇੰਡੀਆ ਹੀ ਵਧੀਆ। ਇੱਥੇ ਆ ਕੇ ਕਰਾ ਕੇ ਵਿਆਹ ਕਰਨ ਦਾ ਵੀ ਕੀ ਫਾਇਦਾ ਜੋ ਰਿਸ਼ਤੇਦਾਰੀ ਗੁੱਸੇ ਹੋ ਜਾਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਮੇਰਾ ਨਾਮ ਪਰਮਿੰਦਰ ਹੈ ਜੀ। ਤੁਹਾਡਾ ਨਾਮ? ਕਰਨਦੀਪ ਸਿੰਘ। ਮੇਰਾ ਨਾਮ ਅਮਰਤ ਹੈ ਜੀ। ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹੈ ਕੈਨੇਡਾ ਆਇਆ ਨੂੰ? ਮੈਨੂੰ 2.5 ਸਾਲ ਹੋ ਗਿਆ ਜੀ। ਤੇ ਫਿਰ ਕੰਮ ਕਰ ਕੀ ਕਰਦੇ ਇੱਥੇ? ਕੰਮ ਕਰ ਇੱਥੇ ਕੰਸਟਰਕਸ਼ਨ ਦਾ ਕਰੀਦਾਗਾ ਜੀ। ਜਿਵੇਂ ਫਿਰ ਤੁਸੀਂ ਅੱਜ ਪਾਰਕ ਦੇ ਵਿੱਚ ਤਿੰਨੋਂ ਇਕੱਠੇ ਘੁੰਮ ਰਹੇ ਹੋ, ਤੇ ਫਿਰ ਕੰਮ ਵੀ ਇਕੱਠੇ ਕਰਦੇ ਹੋ ਕਿਤੇ? ਹਾਂਜੀ ਕੰਮ ਵੀ ਅਸੀਂ ਇਕੱਠੇ ਕਰਦੇ ਹਾਂ। ਅਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹਾਂ ਤਿੰਨੋਂ ਜਣੇ। ਅੱਜ ਫਿਰ ਮੀਂਹ ਕਰਕੇ ਛੁੱਟੀ ਹੋ ਗਈ, ਤਾਂ ਕਰਕੇ ਅਸੀਂ ਕਿਹਾ ਵੀ ਚਲੋ ਘੁੰਮ ਫਿਰ ਆਉਂਦੇ ਹਾਂ। ਤੇ ਮੀਂਹ ਕਰਕੇ ਜਦੋਂ ਛੁੱਟੀ ਹੋਈ ਫਿਰ ਦੁੱਖ ਲੱਗਿਆ ਕਿ ਖੁਸ਼ੀ ਚੜੀ ਵੀ ਅੱਜ ਘਰੇ ਰਹਿਣਾ ਪਊਗਾ, ਕਿ ਦੁੱਖ ਲੱਗਿਆ ਵੀ ਨਹੀਂ ਪੇ ਕੱਟੀ ਜਾਣੀ ਅੱਜ ਤਾਂ? ਨਹੀਂ ਖੁਸ਼ੀ ਹੋਈ, ਅਸੀਂ ਵੈਸੇ ਵੀ 7 ਦਿਨ ਕੰਮ ਕਰਦੇ ਹਾਂ, ਅੱਜ ਮਸਾਂ ਹੀ ਛੁੱਟੀ ਮਿਲੀ ਹੈ ਜੀ। 7 ਦਿਨ ਕੰਮ ਕਰਦੇ ਹੋ। ਲੋਕਾਂ ਤੋਂ ਜੇ ਪੁੱਛਦੇ ਆ ਵੀ ਕੰਮ ਕਰਦੇ ਹੋ ਤਾਂ ਉਹ ਕਹਿ ਦਿੰਦੇ ਆ ਵੀ ਸਾਨੂੰ ਸਵੇਰੇ ਉੱਠਣਾ ਪੈਂਦਾ ਏ। ਤੇ ਇਹ ਚੀਜ਼ ਤੁਹਾਨੂੰ ਵੀ ਕਿਤੇ ਤੰਗ ਪਰੇਸ਼ਾਨ ਕਰਦੀ ਹੈ ਵੀ ਨਹੀਂ ਸਵੇਰੇ ਉੱਠਣਾ ਪੈਂਦਾ? ਸਾਨੂੰ ਵੀ ਕਰਦੀ ਹੈ ਤੰਗ, ਪਰ ਹੁਣ ਕੀ ਕਰੀਏ, ਸੀਜ਼ਨ ਚੱਲਦਾ ਗਿਆ ਜੀ ਕੰਸਟਰਕਸ਼ਨ ਦਾ, ਫਿਰ ਕਰਨਾ ਪੈਂਦਾਗਾ। ਕਿਉਂਕਿ ਅੱਗੇ ਫਿਰ ਕਲਾਇੰਟ ਆ ਉਹ ਫੋਨ ਕਰ ਫਿਰ ਬਹੁਤ ਤੰਗ ਕਰਦੇ ਆ ਵੀ ਹਾਂ ਤੁਸੀਂ ਸਾਡਾ ਕੰਮ ਨਹੀਂ ਕੀਤਾ, ਇਸ ਲਈ ਸਾਨੂੰ ਜਾਣਾ ਹੀ ਪੈਂਦਾਗਾ ਹਮੇਸ਼ਾ 7 ਦਿਨ। ਅੱਜ ਮੀਂਹ ਕਰਕੇ ਥੋੜ੍ਹਾ ਬਹੁਤਾ ਸਾਨੂੰ ਆਰਾਮ ਮਿਲਿਆਗਾ। ਤੇ ਇੱਕ ਕਿਹੜੀ ਅਜਿਹੀ ਚੀਜ਼ ਸੀਗੀ ਜਿਹਦੇ ਕਰਕੇ ਤੁਹਾਨੂੰ ਲੱਗਿਆ ਕਿ ਇੰਡੀਆ ਛੱਡ ਕੇ ਮੈਨੂੰ ਕੈਨੇਡਾ ਆਉਣਾ ਚਾਹੀਦਾ ਆ? ਇਸ ਦਾ ਮੇਨ ਕਾਰਨ ਹੈਗਾ ਜੀ ਉਧਰਲੀਆਂ ਨਿਕੰਮੀਆਂ ਸਰਕਾਰਾਂ ਜੋ ਸਾਨੂੰ ਨੌਕਰੀਆਂ ਨਹੀਂ ਦੇ ਰਹੀਆਂ। ਕਿਉਂਕਿ ਜੇ
ਜਿੰਨੇ ਪੈਸੇ ਅਸੀਂ ਇੱਥੇ ਕਮਾ ਰਹੇ ਹਾਂ, ਜੇ ਅਸੀਂ ਉੱਥੇ ਇੰਡੀਆ ਕਮਾਈਏ ਤਾਂ ਸਾਨੂੰ ਫਿਰ ਇੱਥੇ ਆਉਣ ਦੀ ਕੀ ਜ਼ਰੂਰਤ ਆ। ਤੇ ਦੂਜੀ ਗੱਲ ਇਹ ਬਈ ਇੱਥੇ ਆ ਕੇ ਚਲੋ ਵਧੀਆ ਬੰਦਾ ਦੁਨੀਆ ਘੁੰਮਦਾ, ਬੰਦੇ ਨੂੰ ਅਕਲ ਆਉਂਦੀ ਹੈ, ਕਿਉਂਕਿ ਬੰਦਾ ਇੱਕੋ ਜਗ੍ਹਾ ਰਹਿ ਕੇ ਤਾਂ ਕੁਝ ਸਿੱਖ ਨਹੀਂ ਸਕਦਾ। ਤਾਂ ਵਧੀਆ ਵੀ ਹਾਂ ਘੁੰਮੋ ਫਿਰੋ ਆਪਣਾ ਤੇ ਵਧੀਆ ਕੁਝ ਸਿੱਖੋ। ਚਲੋ ਵਧੀਆ ਇੱਧਰਲੇ ਕਲਚਰ ਦਾ ਪਤਾ ਲੱਗਦਾ, ਗੋਰਿਆਂ ਨਾਲ ਜਾਂ ਕਾਲਿਆਂ ਨਾਲ ਘੁੰਮਦੇ ਆ, ਉਹਨਾਂ ਦੇ ਨਾਲ ਰਹਿਣ ਸਹਿਣ ਦਾ ਪਤਾ ਲੱਗਦਾ। ਤੀਸਰੀ ਗੱਲ ਇਹ ਆ ਵੀ ਇੱਥੋਂ ਦਾ ਖਾਣਾ ਆਪਣੇ ਇੰਡੀਆ ਨਾਲੋਂ ਬਹੁਤ ਵਧੀਆ, ਡਾਈਟ ਬਹੁਤ ਵਧੀਆ, ਕਿਉਂਕਿ ਇੱਥੇ ਵੈਰਾਈਟੀ ਆ ਹਰ ਚੀਜ਼ ਦੀ ਖਾਣ 'ਚ। ਜੇਕਰ ਖਾਣ ਦੀ ਗੱਲ ਕਰੀਏ ਤਾਂ ਫਿਰ ਉਹ ਕਿਤੇ ਨਾ ਕਿਤੇ ਮੰਮੀ ਦੇ ਹੱਥ ਦੀ ਰੋਟੀ ਵੀ ਯਾਦ ਆਉਂਦੀ ਹੋਣੀ ਆ। ਹਾਂ ਮੰਮੀ ਦੇ ਹੱਥ ਦੀ ਆਉਂਦੀ ਆ ਯਾਦ, ਪਰ ਹੁਣ ਕੀ ਕਰੀਏ, ਹੁਣ ਇੰਨੀ ਦੂਰ ਆਏ ਆ, ਹੁਣ ਰਹਿਣਾ ਪੈਣਾ। ਹੁਣ ਅਸੀਂ ਤਾਂ ਟਿਫਨ ਲਵਾਇਆ ਗਿਆ, ਕਿਉਂਕਿ ਹੁਣ ਕੰਮ ਕਰਦੇ ਆ ਰਾਤ ਨੂੰ, ਕਈ ਵਾਰ 10-11 ਵੱਜ ਜਾਂਦੇ ਆ, ਫਿਰ ਰੋਟੀ ਤਾਂ ਲੈਂਦੀ ਨਹੀਂ ਗੀ, ਫਿਰ ਇਸ ਲਈ ਟਿਫਨ ਹੀ ਲਵਾਇਆ ਗਿਆ ਜੀ ਸਾਡਾ। ਚਲੋ ਉਹ 'ਚ ਵੀ ਚਲੋ ਹੁਣ ਘਰ ਦਾ ਹੀ ਸਵਾਦ ਹੁੰਦਾ, ਕਿਉਂਕਿ ਵਧੀਆ ਬਣਾਉਂਦੇ ਆ ਟਿਫਨ। ਚਲੋ ਤੇ ਤੁਹਾਡਾ ਮੇਨ ਕਾਰਨ ਕੀ ਸੀਗਾ ਇੰਡੀਆ ਤੋਂ ਕੈਨੇਡਾ ਆਉਣ ਦਾ? ਕੈਨੇਡਾ ਆਉਣ ਦਾ ਮੇਨ ਰੀਜ਼ਨ ਸੀਗਾ ਵੀ ਇੱਥੇ ਜਿਵੇਂ ਕੰਮਕਾਰ ਦੀ ਵਧੀਆ ਓਪਰਚੁਨਿਟੀ ਹੈ ਨਾ ਜੀ, ਤੇ ਜਿਵੇਂ ਇੰਡੀਆ ਆਪਾਂ ਨੂੰ ਕੰਮਕਾਰ ਇੰਨਾ ਵਧੀਆ ਨਹੀਂ ਮਿਲਦਾ ਹੈਗਾ, ਜਿਵੇਂ ਉੱਥੇ ਨੌਕਰੀਆਂ ਵਗੈਰਾ ਨਹੀਂ ਰਹੀਆਂ, ਜਿਵੇਂ ਹੁਣ ਕੈਨੇਡਾ 'ਚ ਵਧੀਆ ਓਪਰਚੁਨਿਟੀ ਮਿਲ ਜਾਂਦੀ ਕੰਮ ਦੀ, ਤੇ ਇੱਥੇ ਕੋਈ ਵਿਹਲਾ ਨਹੀਂ ਰਹਿੰਦਾ। ਦੂਜੀ ਗੱਲ ਹੈ ਵੀ ਉਰੇ ਦਾ ਇਨਵਾਇਰਮੈਂਟ ਕਾਫੀ ਸਾਫ਼ ਹੈ ਇੰਡੀਆ ਦੇ ਮੁਕਾਬਲੇ, ਉੱਥੇ ਪੋਲਿਊਸ਼ਨ ਰੇਟ ਕਾਫੀ ਜ਼ਿਆਦਾ ਹੈ ਨਾ ਜੀ। ਤੇ ਹੋਰ ਗੱਲ ਇੱਥੇ ਖਾਣ ਪੀਣ ਪਿਓਰ ਹੈ, ਸਭ ਕੁਝ ਵਧੀਆ, ਉੱਥੇ ਹਰੇਕ ਚੀਜ਼ 'ਚ ਮਿਕਸ ਵਗੈਰਾ ਕਰੀ ਜਾਂਦੇ ਨੇ, ਚੀਜ਼ਾਂ ਉੱਥੇ ਪਿਓਰ ਨਹੀਂ ਮਿਲਦੀਆਂ ਖਾਣ ਪੀਣ ਦੀਆਂ, ਤੇ ਸਿਹਤ ਦਾ ਵੀ ਆਪੇ ਫਰਕ ਪੈਣਾ ਜੀ, ਤਾਂ ਕਰਕੇ ਵਧੀਆ ਲੱਗਦਾ ਉਰੇ ਉੱਥੇ ਨਾਲੋਂ। ਤੇ ਜੇਕਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਸਫਾਈ ਦੀ, ਤੇ ਲੋਕ ਅਕਸਰ ਹੀ ਕਹਿ ਦਿੰਦੇ ਵੀ ਜੇ ਇੱਥੇ ਰੂਲਸ ਫੋਲੋ ਕਰਦੇ ਹੋ, ਸਫਾਈ ਇੱਥੇ ਰੱਖਦੇ ਹੋ, ਤੇ ਉਹੀ ਸਫਾਈ ਜੇ ਇੰਡੀਆ 'ਚ ਰੱਖ ਲਓ ਤਾਂ ਉੱਥੇ ਦਾ ਮਾਹੌਲ ਵੀ ਸਾਫ਼ ਹੋ ਜਾਵੇ, ਤੇ ਉਹਦੇ ਬਾਰੇ ਕੀ ਕਹੋਗੇ? ਉੱਥੇ ਇੱਦਾਂ ਕਿ ਹੁਣ ਸਾਫ਼ ਸਫਾਈ ਉੱਥੇ ਜਿੰਨਾ ਮਰਜ਼ੀ ਉਹ ਕਰ ਲਓ ਹੈ ਨਾ, ਵੀ ਉੱਥੇ ਨਹੀਂ ਇੱਦਾਂ ਦੀ ਗੱਲ, ਕਿਉਂਕਿ ਉਹਦੇ ਰੂਲ ਸਟ੍ਰਿਕਟ ਨੇ, ਤੇ ਉਰੇ ਆਪਾਂ ਕੁਝ ਵੀ ਕਰਦੇ ਆਪਾਂ ਨੂੰ ਪਤਾ ਵੀ ਉਰੇ ਫਾਈਨ ਪਊਗਾ ਜਾਂ ਕੁਝ ਵੀ ਡਰ ਹੁੰਦਾ ਹੈ ਨਾ ਜੀ ਇੱਕ ਮਨ 'ਚ। ਉੱਥੇ ਨਾ ਕੋਈ ਪੁੱਛਦਾ, ਫਿਰ ਨਾ ਕੋਈ ਐਵੇਂ ਦਾ ਕੋਈ ਕਰਦਾ, ਤਾਂ ਕਰਕੇ ਇਹ ਫਰਕ ਹੈ ਜੀ। ਤੁਸੀਂ ਕਹਿਣਾ ਚਾਹੁੰਦੇ ਕਿ ਉੱਥੇ ਦੀਆਂ ਸਰਕਾਰਾਂ ਵੀ ਨਿਕੰਮੀਆਂ ਤੇ ਲੋਕ ਵੀ ਇਦਾਂ ਦੇ? ਸਰਕਾਰਾਂ ਤਾਂ ਹੈ ਹੀ ਨਿਕੰਮੀਆਂ ਨੇ ਜੀ ਉੱਥੇ ਦੀਆਂ, ਕੋਈ ਉਹਨਾਂ ਨੂੰ ਕਰਦੇ ਨਹੀਂ ਕੁਝ ਵੀ, ਮਤਲਬ ਕਿ ਨਾ ਕੋਈ ਨੌਕਰੀ ਹੈ ਉੱਥੇ ਹੀ, ਨਾ ਕੁਝ, ਬਸ ਕਰਪਸ਼ਨ ਹੀ ਹੈ ਉੱਥੇ ਤਾਂ, ਹੋਰ ਤਾਂ ਕੁਝ ਨਹੀਂ। ਤੇ ਜੇਕਰ ਕੋਈ ਜੌਬ ਵੀ ਲੈਣੀ ਹੋਵੇ ਤਾਂ ਤੁਸੀਂ ਮੰਨਦੇ ਹੋ ਕਿ ਉਹਦੇ 'ਚ ਵੀ ਕਹਿੰਦੇ ਆ ਕਿ ਪੈਸਾ ਚੱਲਦਾ ਹੈ, ਉਹ ਚੀਜ਼ ਹੋਈ ਹੋਈ ਆ? ਹਾਂਜੀ ਹਾਂ ਬਿਲਕੁਲ ਹੀ, ਉੱਥੇ ਮਤਲਬ ਕਿ ਡੋਨੇਸ਼ਨ ਇੰਨੀਆਂ ਤੋਂ ਪਹਿਲਾਂ ਪੜ੍ਹਾਈ 'ਤੇ ਇੰਨਾ ਪੈਸਾ ਲਾਉਂਦਾ ਬੰਦਾ, ਉਸ ਤੋਂ ਬਾਅਦ ਜਦੋਂ ਨੌਕਰੀ ਲੈਣ ਜਾਣੀ ਉੱਥੇ ਵੀ ਪੈਸੇ ਇੰਨੇ ਲੱਗਦੇ ਨੇ, ਤੇ ਉਹ ਆਪਾਂ ਨੂੰ ਮੁੜਦੇ ਹੈ ਨਹੀਂ, ਕਿਉਂਕਿ ਉੱਥੇ ਮੈਕਸਿਮਮ ਕਿੰਨੀ 10-15 ਹਜ਼ਾਰ 'ਤੇ ਨੌਕਰੀ ਕਰਦਾ ਨਹੀਂ ਬੰਦਾ, ਸਰਕਾਰੀ ਨੌਕਰੀ ਤਾਂ ਉੱਥੇ ਮਿਲਦੀ ਨਹੀਂ, ਬਹੁਤ ਘੱਟ ਹੈ। ਤਾਂ ਕਰਕੇ ਲੋਕ ਕੈਨੇਡਾ ਨੂੰ ਜ਼ਿਆਦਾ ਆਉਂਦੇ ਨੇ, ਕਿਉਂਕਿ ਇੱਕ ਵਾਰੀ ਇਨਵੈਸਟਮੈਂਟ ਕਰਕੇ ਫਿਰ ਬੰਦਾ ਉਰੇ ਵਧੀਆ ਬਣਾ ਲੈਂਦਾ ਪੈਸੇ ਇੰਡੀਆ ਦੇ ਮੁਕਾਬਲੇ। ਤੇ ਤੁਹਾਨੂੰ ਲੱਗਦਾ ਕਿ ਜਦੋਂ ਦੇ ਕੈਨੇਡਾ ਆਏ ਹੋ ਤੇ ਜਿਹੜਾ ਕੁਝ ਸੋਚ ਕੇ ਆਏ ਸੀ ਉਹ ਸਾਰਾ ਕੁਝ ਤੁਹਾਨੂੰ ਮਿਲ ਚੁੱਕਿਆ ਹੈ, ਕਰ ਚੁੱਕੇ ਹੋ ਤੁਸੀਂ ਇਹ ਚੀਜ਼? ਹਾਂਜੀ ਕਰੀ ਜਾਂ ਨਹੀਂ, ਮਤਲਬ ਕਿ ਹਲੇ ਸੁਪਨੇ ਨੇ ਜਿਹੜੇ ਪੂਰੇ ਕਰਨੇ ਨੇ, ਕਾਫੀ ਟਰਾਈ ਕਰਦੇ ਆਂ ਜੀ, ਵੈਸੇ ਹੋ ਹੀ ਜਾਂਦਾ ਜੀ ਟਾਈਮ ਟੂ ਟਾਈਮ ਸਾਰਾ ਕੁਝ। ਤੇ ਸੋਚਿਆ ਹੋਊਗਾ ਵੀ ਘਰਦਿਆਂ ਨੂੰ ਵੀ ਘੁਮਾਉਣਾ ਜਦੋਂ ਸਾਰਾ ਕੁਝ ਠੀਕ ਹੋ ਗਿਆ? ਹਾਂਜੀ ਮੇਰੇ ਘਰ ਦੇ ਤਾਂ ਆ ਗਏ ਜੀ ਪਹਿਲਾਂ ਇੱਕ ਵਾਰੀ, ਮੇਰਾ ਵੱਡਾ ਬ੍ਰਦਰ ਇੱਥੇ ਹੀ ਹੈ ਜੀ, ਤੇ ਘਰਦਿਆਂ ਦਾ ਲੱਗਿਆ ਆਏ ਸੀਗੇ 6-7 ਮਹੀਨੇ ਪਹਿਲਾਂ, ਲਾ ਗਏ ਸੀ 2-3 ਮਹੀਨੇ। ਤੇ ਫਿਰ ਘਰਦਿਆਂ ਦੇ ਜੀ ਲੱਗ ਗਿਆ ਕਿ ਘਰ ਦੇ ਕਹਿੰਦੇ ਨਹੀਂ ਉੱਥੇ ਜਾਣਾ ਵਾ, ਉੱਥੇ ਵਧੀਆ ਐਸ਼ਾ ਕਰਦੇ? ਸੀਗਾ ਜੀ ਸਾਡੇ ਕਰਕੇ ਜਵਾਕਾਂ ਨਾਲ ਲੱਗ ਹੀ ਜਾਂਦਾ ਜੀ ਘਰਦਿਆਂ ਦਾ ਜੀ, ਤਾਂ ਕਰਕੇ ਵਧੀਆ ਜੀ ਲੱਗ ਗਿਆ ਜੀ ਉਹਨਾਂ ਦਾ। ਤੇ ਉਹ ਲੋਕਡਾਊਨ 'ਚ ਆਏ ਸੀਗੇ ਕਿ ਜਦੋਂ ਸਾਰਾ ਕੁਝ ਨਾਰਮਲ ਸੀਗਾ ਉਦੋਂ ਆਏ ਸੀ? ਪਹਿਲਾਂ ਆਏ ਸੀਗੇ ਜੀ, ਮਤਲਬ ਕਿ ਲੋਕਡਾਊਨ ਉਦੋਂ ਸ਼ੁਰੂ ਜਿਹਾ ਹੀ ਹੋਇਆ ਸੀ ਜਦੋਂ ਇੱਥੇ ਆਏ ਸੀ, ਫਿਰ ਤਾਂ ਕਰਕੇ 5-6 ਮਹੀਨੇ ਲਾ ਗਏ ਸੀਗੇ ਉਹ। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕੈਨੇਡਾ ਆਇਆ ਨੂੰ? ਮੈਨੂੰ ਕੈਨੇਡਾ ਆਏ ਨੂੰ ਕੋਈ 2.5 ਸਾਲ ਹੋ ਗਏ। ਤੇ 2.5 ਸਾਲ ਹੋ ਚੁੱਕੇ ਤੇ ਕਿੱਦਾਂ ਦਾ ਸਫ਼ਰ ਰਿਹਾ ਫਿਰ 2.5 ਸਾਲਾਂ ਦਾ? ਹਾਂਜੀ ਕੈਨੇਡਾ ਜਦੋਂ ਆਏ ਸੀ ਤੇ ਥੋੜਾ ਡਿਫਿਕਲਟ ਲੱਗਦਾ ਹੈਗਾ, ਜਿੱਦਾਂ ਇੱਦਾਂ ਨਹੀਂ ਬਾਹਲਾ ਪਤਾ ਲੱਗਦਾ ਹੈਗਾ, ਤੇ ਜਿੱਦਾਂ ਮੈਂ ਵੀ ਮੌਂਟਰੀਅਲ ਸੀਗਾ, ਉਹ ਲੱਗਦਾ ਵੀ ਜਿੱਦਾਂ ਪਰਾਇਆ ਸੀਗਾ ਸ਼ਹਿਰ ਥੋੜਾ, ਤੇ ਉੱਥੇ ਜਦੋਂ ਆਉਂਦਾ ਬੰਦਾ ਤੁਹਾਨੂੰ ਪਤਾ ਬੇਸਿਕ ਬਹੁਤ ਡਿਫਿਕਲਟੀਜ਼ ਦਾ ਸਾਹਮਣਾ ਕਰਨਾ ਹੁੰਦਾ, ਬੰਦੇ 'ਤੇ ਕਾਫੀ ਟੈਨਸ਼ਨਸ ਹੁੰਦੀਆਂ ਕਾਲਜ ਬਾਰੇ, ਜਦੋਂ ਕਾਲਜ ਦੀ ਫੀਸਾਂ ਵੀ ਕੱਢਣੀਆਂ ਹੁੰਦੀਆਂ, ਕੰਮਕਾਰ ਵੀ ਕਰਨੇ ਹੁੰਦੇ ਆ। ਉਸ ਤੋਂ ਬਾਅਦ ਚਲੋ ਹੌਲੀ ਹੌਲੀ ਸਾਰਾ ਜਿੱਦਾਂ ਸੈੱਟ ਹੋ ਗਿਆ, ਉਸ ਤੋਂ ਬਾਅਦ ਚਲੋ ਹੁਣ ਵਧੀਆ ਸਟੱਡੀ ਕੰਪਲੀਟ ਹੋ ਗਈ, ਸਾਰਾ ਕੁਝ ਸਟੱਡੀ ਵੀ ਕੰਪਲੀਟ ਹੋ ਗਈ, ਹੁਣ ਚਲੋ ਵਰਕ ਪਰਮਿਟ ਵੀ ਮਿਲ ਗਿਆ ਕਿ ਰੱਬ ਦੀ ਕਿਰਪਾ ਨਾਲ। ਤੇ ਫਿਰ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਮੌਂਟਰੀਅਲ ਆਏ ਸੀਗੇ, ਤੇ ਇਹੋ ਜਿਹਾ ਕੀ ਕਾਰਨ ਸੀਗਾ ਵੀ ਮੌਂਟਰੀਅਲ ਤੋਂ ਬਰੈਂਪਟਨ ਆਉਣਾ ਪੈ ਗਿਆ? ਹਾਂਜੀ ਮੌਂਟਰੀਅਲ ਜਦੋਂ ਮੈਂ ਆਇਆ ਸੀ ਉਹ ਜਿੱਦਾਂ ਥੋੜਾ ਡਿਫਰੈਂਟ ਜੀ ਸਿਟੀ ਆ, ਉੱਥੇ ਜਿੱਦਾਂ ਜ਼ਿਆਦਾ ਸਾਰੇ ਤੁਹਾਨੂੰ ਪਤਾ ਮੌਂਟਰੀਅਲ ਕਿਊਬਿਕ ਦੇ ਵਿੱਚ ਆਉਂਦਾ ਆ, ਉੱਥੇ ਸਾਰੇ ਜਿੱਦਾਂ ਫਰੈਂਚ ਹੀ ਬੋਲਦੇ ਆ, ਜਿੱਦਾਂ ਆਪਾਂ ਗੋਰਿਆਂ ਨਾਲ ਗੱਲ ਕਰਦੇ ਆ ਉਹਨਾਂ ਨੂੰ ਇੰਗਲਿਸ਼ ਸਮਝ ਹੀ ਨਹੀਂ ਆਉਂਦੀ, ਪਹਿਲੀ ਗੱਲ ਉਹਨਾਂ ਨੂੰ ਇੰਗਲਿਸ਼ ਸਮਝ ਹੀ ਨਹੀਂ ਆਉਂਦੀ, ਤੇ ਉਹ ਇੰਗਲਿਸ਼ ਉਹ ਜਿੱਦਾਂ ਹੌਲੀ ਅੰਡਰਸਟੈਂਡ ਨਹੀਂ ਕਰਦੇ, ਉਹ ਤੇ ਇਹਨਾਂ ਗੱਲਾਂ ਦਾ ਬਹੁਤ ਜਿੱਦਾਂ ਫਰਕ ਪੈਂਦਾ। ਇੱਥੇ ਆਪਾਂ ਜੇ ਕੁਝ ਲੈਣ ਜਾਂਦੇ ਆ ਉਹਨਾਂ ਨੂੰ ਇੰਗਲਿਸ਼ ਦਾ ਪਤਾ ਹੀ ਨਹੀਂ ਲੱਗਦਾ, ਤੇ ਉਸ ਤੋਂ ਬਾਅਦ ਫਿਰ ਐਡੀ ਨਹੀਂ ਵਧੀਆ ਮੈਨੂੰ ਲੱਗੀ ਮੌਂਟਰੀਅਲ, ਉਸ ਤੋਂ ਬਾਅਦ ਫਿਰ ਮੈਂ ਬਰੈਂਪਟਨ ਮੂਵ ਹੋ ਗਿਆ, ਤੇ ਜਿੱਦਾਂ ਵਧੀਆ ਆਪਣੇ ਪੰਜਾਬ ਵਰਗੇ ਲੱਗਦਾ ਆ। ਤੇ ਇੱਥੇ ਤਾਂ ਫਿਰ ਤੁਹਾਨੂੰ ਲੱਗਦਾ ਕਿ ਤੁਹਾਡੀ ਬਰੈਂਪਟਨ ਦੇ ਵਿੱਚ ਆ ਕੇ ਇੰਗਲਿਸ਼ ਇੰਪਰੂਵ ਹੋਈ ਹੈ ਕਿ ਪੰਜਾਬੀ ਦਾ ਹੀ ਗੇੜ ਬੰਨਿਆ ਹੋਇਆ ਹੁਣ?
ਨਹੀਂ ਬਰੈਂਪਟਨ ਚ ਤਾਂ ਆ ਗਏ ਇੰਗਲਿਸ਼ ਬੋਲੀ ਨਹੀਂ ਜਿੱਦਾਂ ਇੱਥੇ ਤੁਹਾਨੂੰ ਪਤਾ ਹੀ ਆ ਸਾਰੇ ਜਿੱਦਾਂ ਕਿਤੇ ਕੋਈ ਵੀ ਸਮਾਨ ਲੈਣ ਜਾਂਦੇ ਉੱਥੇ ਪੰਜਾਬੀ ਹੁੰਦੇ, ਇੱਥੇ ਮੋਸਟਲੀ ਜ਼ਿਆਦਾ ਪੰਜਾਬੀ 'ਚ ਹੀ ਗੱਲ ਕਰੀਦੀ, ਇੰਗਲਿਸ਼ ਤਾਂ ਇੱਥੇ ਆ ਕੇ ਬਹੁਤ ਘੱਟ ਬੋਲੀ। ਫਿਰ ਜਦੋਂ ਫਿਰ ਬਰੈਂਪਟਨ ਆਏ, ਫਿਰ ਬਰੈਂਪਟਨ ਕਿੱਦਾਂ ਦਾ ਲੱਗਿਆ ਮਾਹੌਲ? ਤੇ ਜਿੱਦਾਂ ਮੌਂਟਰੀਅਲ ਤੇ ਬਰੈਂਪਟਨ 'ਚ ਤੇ ਬਹੁਤ ਮੈਨੂੰ ਡਿਫਰੈਂਟ ਲੱਗਾ। ਜਿੱਦਾਂ ਮੌਂਟਰੀਅਲ ਜਿੱਦਾਂ ਇੱਕ ਕੰਜਸਟਡ ਜੀ ਸਿਟੀ ਆ, ਪਰ ਬਰੈਂਪਟਨ ਇੱਕ ਬਹੁਤ ਹੀ ਖੁੱਲੀ ਡੁੱਲੀ ਜੀ ਸਿਟੀ ਆ। ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਜਿੱਦਾਂ ਰੋਡ, ਮੌਂਟਰੀਅਲ ਦੇ ਵਿੱਚ ਰੋਡ ਵੀ ਜਿੱਦਾਂ ਬਹੁਤ ਟੁੱਟੇ ਜਿਹੇ ਆ, ਇੱਥੇ ਦਾ ਰੋਡ ਖੁੱਲੇ ਵੀ ਆ ਤੇ ਉਹ ਵੀ ਐਨ ਸਾਫ ਸੁਥਰੇ ਜਿਹੇ ਆ ਤੇ ਬਹੁਤ ਜ਼ਿਆਦਾ ਡਿਫਰੈਂਟ ਆ। ਉਹ ਵੀ ਜਿੱਦਾਂ ਏਰੀਆ ਬਹੁਤ ਸੋਹਣਾ ਖੁੱਲਾ ਡੁੱਲਾ ਆ। ਹਾਂਜੀ, ਤੇ ਫਿਰ ਖੁੱਲੇ ਡੁੱਲੇ ਕਹਿੰਦੇ ਹੁੰਦੇ ਆ ਕਿ ਜਿਹੜੇ ਜੱਟਾਂ ਦੇ ਮੁੰਡੇ ਆ ਉਹਨਾਂ ਨੂੰ ਖੁੱਲੇ ਡੁੱਲੇ ਏਰੀਆ 'ਚ ਹੀ ਰਹਿਣਾ ਪਸੰਦ ਹੁੰਦਾ, ਫਿਰ ਉਹ ਚੀਜ਼ ਹੋ ਜੂਗੀ। ਹਾਂਜੀ ਹਾਂਜੀ, ਉਹ ਜਿੱਦਾਂ ਮੌਂਟਰੀਅਲ ਜਿੱਦਾਂ ਨਹੀਂ ਇੰਨਾ ਵਧੀਆ, ਪਰ ਫਿਰ ਜਿਹੜਾ ਬਰੈਂਪਟਨ ਹੈ ਬਹੁਤ ਖੁੱਲਾ ਡੁੱਲਾ, ਬਹੁਤ ਵਧੀਆ ਪੰਜਾਬ ਵਾਲਾ ਮਾਹੌਲ ਹੈ, ਬਾਹਲਾ ਹੀ ਜੀ ਲੱਗਦਾ ਇੱਥੇ ਦਾ ਜੀ। ਕਿੰਨੇ ਕੁ ਫਿਰ ਦੋਸਤ ਬਣਾ ਲਏ ਫਿਰ ਬਰੈਂਪਟਨ ਦੇ ਵਿੱਚ ਜਿਹੜਾ ਇੰਨਾ ਜੀ ਲੱਗਣ ਲੱਗ ਗਿਆ? ਹਾਂਜੀ, ਜਦੋਂ ਦੇ ਆਏ ਕਾਫੀ ਪਹਿਲਾਂ ਚਲੋ ਸੀਗੇ ਦੋਸਤ 2-4, ਉਹ ਤੋਂ ਜਦੋਂ ਇੱਥੇ ਆ ਗਏ ਤੇ ਕਾਫੀ ਦੋਸਤ ਬਣਾ ਲਏ। ਚਲੋ ਕੰਮਕਾਰ ਤੇ ਵੀ ਉਹ ਵੀ ਚਲੋ ਵਧੀਆ ਦੋਸਤ ਵਧੀਆ ਬੌਂਡਿੰਗ ਬਣ ਗਈ ਇੱਥੇ ਵੀ। ਤੇ ਕੰਮਕਾਰ ਕਰਨਾ ਔਖਾ ਲੱਗਦਾ ਕਿ ਨਹੀਂ ਕੋਈ ਨਾ ਕਰਨਾ ਹੀ ਪੈਣਾ ਹੁੰਦਾ? ਨਹੀਂ, ਪਹਿਲਾਂ ਤੁਹਾਨੂੰ ਪਤਾ ਹੀ ਆ ਸਵੇਰ ਨੂੰ ਉੱਠਣ ਲੱਗਿਆ ਥੋੜਾ ਬਹੁਤ ਹੁੰਦਾ ਆ, ਉਸ ਤੋਂ ਬਾਅਦ ਚਲੋ ਕੰਮ ਕਰ ਵਧੀਆ ਲੱਗਦਾ ਚਲੋ ਕਰਨਾ। ਇੱਦਾਂ ਕਿ ਕੰਮ ਕਰ ਕਰਦੇ ਰਹੋ ਤੇ ਵਧੀਆ ਚਲੋ ਵਧੀਆ ਪੈਸੇ ਮਿਲ ਜਾਂਦੇ। ਤੁਹਾਡਾ ਨਾਮ? ਸੌਰਵ। ਸੌਰਵ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੈਨੇਡਾ ਆਇਆ ਨੂੰ? 3 ਸਾਲ ਜੀ। 3 ਸਾਲ ਹੋ ਚੁੱਕੇ ਤੇ ਫਿਰ 3 ਸਾਲ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ? ਦੇਖੋ ਜੀ, ਜਦੋਂ ਉਰੇ ਕੋਈ ਵੀ ਆਂਦਾ ਇੰਡੀਆ ਤੋਂ, ਸਭ ਤੋਂ ਪਹਿਲਾਂ ਤਾਂ ਫੈਮਿਲੀ ਤੋਂ ਵੱਖ ਹੋ ਕੇ ਆਉਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ। ਤੇ ਉਰੇ ਆ ਕੇ ਸਭ ਤੋਂ ਪਹਿਲਾਂ ਤਾਂ 20-25 ਦਿਨ ਬੰਦੇ ਦਾ ਦਿਲ ਹੀ ਨਹੀਂ ਲੱਗਦਾ ਤੇ ਮਨ ਮਾਰਨਾ ਹੀ ਪੈਂਦਾ ਥੋੜਾ ਦੇਰ। ਉਸ ਤੋਂ ਬਾਅਦ ਇੱਦਾਂ ਹੁੰਦਾ ਕਿ ਚਲੋ ਉਰੇ ਹੌਲੀ ਹੌਲੀ ਤੁਸੀਂ ਕਾਲਜ ਜਾਣਾ ਸ਼ੁਰੂ ਕਰਦੇ ਹੋ, ਫਿਰ ਲਾਈਫ ਤੁਹਾਡੀ ਰੁੱਝ ਜਾਂਦੀ ਹੈ ਤੇ ਜਿੰਨਾ ਜ਼ਿਆਦਾ ਬਿਜ਼ੀ ਰਹਿੰਦੇ ਆ ਤੇ ਉਸ ਦੇ ਨਾਲ ਫਿਰ ਮਨ ਦੇ ਵਿੱਚ ਪਿਛਲੀ ਯਾਦ ਨਹੀਂ ਆਉਂਦੀ ਘਰਦਿਆਂ ਦੀ। ਪਰ ਹਾਂ, ਕਈ ਵਾਰ ਜਦ ਕੋਈ ਵੀ ਤਿਉਹਾਰ ਆਉਂਦਾ, ਕੁਝ ਵੀ ਆਉਂਦਾ, ਤਾਂ ਕਈ ਵਾਰ ਮਨ ਦੇ ਵਿੱਚ ਆਉਂਦਾ ਕਿ ਹਾਂ ਅਸੀਂ ਉਹਨਾਂ ਕੋਲ ਕਿਉਂ ਨਹੀਂ ਹੈਗੇ, ਜਾਂ ਫਿਰ ਉਹ ਸਾਰੇ ਜਾਣੇ ਇਕੱਠੇ ਨੇ। ਕਿਉਂਕਿ ਲੱਖ ਦੋਸਤ ਹੋਣ ਜਾਂ ਕੋਈ ਵੀ ਹੋਵੇ, ਮੰਨਿਆ ਕਿ ਉਹੀ ਆਪਣੀ ਉਰੇ ਫੈਮਿਲੀ ਹੁੰਦੇ ਆ, ਪਰ ਫਿਰ ਵੀ ਜੋ ਆਪਣੇ ਮਾਂ-ਬਾਪ ਨੇ ਜਾਂ ਭਾਈ ਭੈਣ, ਉਹਨਾਂ ਦਾ ਪਿਆਰ ਤਾਂ ਖੁੰਝਦਾ ਹੀ ਆ ਨਾ ਉਰੇ ਆ ਕੇ। ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਸਾਰਿਆਂ ਨੂੰ ਮਿਸ ਕਰਦੇ ਹੋ, ਤੇ ਅਕਸਰ ਹੀ ਜਦੋਂ ਆਪਾਂ ਇਦਾਂ ਦੀ ਗੱਲ ਕਰਦੇ ਹਾਂ ਕਿ ਅਸੀਂ ਆਪਦੀ ਫੈਮਿਲੀ ਨੂੰ ਬਹੁਤ ਮਿਸ ਕਰਦੇ ਹਾਂ, ਸਾਰਿਆਂ ਦੀ ਯਾਦ ਆਉਂਦੀ ਆ, ਤਾਂ ਲੋਕ ਅਕਸਰ ਹੀ ਕਹਿ ਦਿੰਦੇ ਆ ਜੇ ਇੰਨੀ ਯਾਦ ਆਉਂਦੀ ਆ ਤਾਂ ਫਿਰ ਵਾਪਸ ਕਿਉਂ ਨਹੀਂ ਚਲੇ ਜਾਂਦੇ? ਤੇ ਉਹਨਾਂ ਨੂੰ ਕੋਈ ਜਵਾਬ ਦੇਣਾ ਚਾਹੁੰਦੇ ਹੋ? ਦੇਖੋ ਜੀ, ਅਗਰ ਆਪਾਂ ਇੱਥੇ ਆਪਣੀ ਮਰਜ਼ੀ ਨਾਲ ਆਉਂਦੇ ਹਾਂ, ਆਪਾਂ ਨੂੰ ਪਤਾ ਹੁੰਦਾ ਆਪਾਂ ਘਰਦਿਆਂ ਤੋਂ ਦੂਰ ਜਾਣਾ। ਹੁਣ ਯਾਦ ਤਾਂ ਹਰ ਇੱਕ ਨੂੰ ਆਉਂਦੀ ਆ। ਜੋ ਲੋਕ ਕਹਿੰਦੇ ਨੇ ਕਿ ਤੁਹਾਨੂੰ ਵਾਪਸ ਮੁੜ ਜਾਣਾ ਚਾਹੀਦਾ, ਮੈਂ ਸੋਚਦਾ ਕਿ ਅਗਰ ਉਹਨਾਂ ਦੇ ਪੇਰੈਂਟਸ ਉਹਨਾਂ ਤੋਂ ਦੂਰ ਹੋਣ ਤਾਂ ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿੱਦਾਂ ਦਾ ਲੱਗਦਾ ਜਾਂ ਫੈਮਿਲੀ ਦੂਰ ਹੁੰਦੀ ਹੈ। ਅਸੀਂ ਉਰੇ ਇੱਕ ਸੈਕਰੀਫਾਈਸ ਕਰਕੇ ਆਉਂਦੇ ਹਾਂ, ਕਿਉਂਕਿ 4-5 ਸਾਲ ਆਪਣੀ ਜ਼ਿੰਦਗੀ ਦੇ ਅਸੀਂ ਉਰੇ ਬਿਤਾਉਂਦੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੀ ਉਰੇ ਸੱਦ ਸਕਦੇ ਹਾਂ ਅਤੇ ਉਹਨਾਂ ਦੀ ਜ਼ਿੰਦਗੀ ਵੀ ਵਧੀਆ ਬਣਾ ਸਕਦੇ ਹਾਂ। ਹੇਟਰਸ ਤਾਂ ਹੁੰਦੇ ਹੀ ਹੈ। ਚਲੋ ਹੁਣ ਇਮੀਗ੍ਰੈਂਟਸ ਜੋ ਆਉਂਦੇ ਨੇ, ਹਰ ਕੋਈ ਉਹਨਾਂ ਨੂੰ ਪਸੰਦ ਨਹੀਂ ਕਰਦਾ। ਆਪਣੀ ਕਮਿਊਨਿਟੀ ਨਹੀਂ, ਹੋਰ ਕਮਿਊਨਿਟੀਜ਼ ਵੀ ਕਈ ਲੋਕ ਇਮੀਗ੍ਰੈਂਟਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ। ਪਰ ਇਹ ਦੁਨੀਆ 'ਤੇ ਹਰ ਕਿਤੇ ਹੀ ਹੈ। ਅਗਰ ਆਪਾਂ ਆਪਣੇ ਇੰਡੀਆ ਦੀ ਗੱਲ ਵੀ ਕਰੀਏ ਤਾਂ ਪੰਜਾਬ ਵਿੱਚ ਕਈ ਵਾਰ ਦੂਜੇ ਪ੍ਰਾਂਤਾਂ ਤੋਂ ਆਏ ਲੋਕਾਂ ਨੂੰ, ਜਿਵੇਂ ਬਿਹਾਰ ਜਾਂ ਯੂਪੀ, ਉਹਨਾਂ ਨਾਲ ਵੀ ਵਿਤਕਰਾ ਕੀਤਾ ਜਾਂਦਾ। ਜਾਂ ਫਿਰ ਤੁਸੀਂ ਮੱਧ ਪ੍ਰਦੇਸ਼ ਚੱਲ ਜਾਓ, ਉੱਥੇ ਪੰਜਾਬੀਆਂ ਨਾਲ ਕਈ ਵਾਰ ਵਿਤਕਰਾ ਹੋ ਸਕਦਾ। ਜਿਵੇਂ ਤੁਸੀਂ ਇੱਥੇ ਦੱਸਿਆ ਕਿ ਤੁਸੀਂ ਸਟੂਡੈਂਟ ਵੀਜ਼ੇ 'ਤੇ ਇੱਥੇ ਆਏ ਸੀ ਫਸਟ ਟਾਈਮ, ਅਤੇ ਅਕਸਰ ਇਹ ਗੱਲ ਵੀ ਹੁੰਦੀ ਆ ਕਿ ਜਿਹੜੇ ਸਟੂਡੈਂਟ ਆ, ਜੇ ਕੁਝ ਵੀ ਹੋ ਜੇ ਨਾ ਆਪਣੇ ਆਲੇ ਦੁਆਲੇ, ਤਾਂ ਅਕਸਰ ਹੀ ਵਾਇਰਲ ਹੋ ਜਾਂਦੀਆਂ ਵੀਡੀਓਜ਼ ਕਿ ਇਹ ਤਾਂ ਸਟੂਡੈਂਟਾਂ ਨੇ ਕੀਤਾ ਆ। ਤੇ ਉਹ ਚੀਜ਼ ਦੇ ਬਾਰੇ ਤੁਹਾਡਾ ਕੀ ਸੋਚਣਾ ਆ? ਦੇਖੋ ਜੀ, ਹਰ ਸਾਲ ਉਰੇ ਲੱਖਾਂ ਦੀ ਤਾਦਾਦ 'ਚ ਸਟੂਡੈਂਟ ਆਉਂਦੇ ਆ। ਅਗਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਟੂਡੈਂਟ ਆਉਂਦੇ ਆ, ਉਹ ਜ਼ਿਆਦਾਤਰ ਮਿਡਲ ਕਲਾਸ ਫੈਮਲੀਜ਼ ਤੋਂ ਆਉਂਦੇ ਆ, ਕਿਉਂਕਿ ਉਹਨਾਂ ਨੇ ਆਪਣਾ ਸਾਰਾ ਕੁਝ ਸੈਟਅਪ ਕਰਨਾ ਹੁੰਦਾ ਉਰੇ ਆ ਕੇ। ਅਤੇ ਉਸ ਤੋਂ ਬਾਅਦ ਜੇ ਆਪਾਂ ਦੇਖੀਏ, ਕੁਝ ਜੋ ਹੱਲਾਸ਼ੇਰੀ ਮਚਾਉਂਦੇ ਨੇ ਜਾਂ ਫਿਰ ਕੁਝ ਗਲਤ ਕੰਮ ਕਰਦੇ ਆ, ਉਹਦੇ ਕਰਕੇ ਸਾਰੇ ਸਟੂਡੈਂਟਾਂ ਨੂੰ ਬਦਨਾਮ ਕਰਨਾ ਬਹੁਤ ਚੰਗੀ ਗੱਲ ਨਹੀਂ। ਮੈਂ ਹੋਰ ਕਮਿਊਨਿਟੀਜ਼ ਦੀ ਗੱਲ ਕਰਦਾ, ਜਿਵੇਂ ਕੋਈ ਲਾ ਲਓ ਕੋਈ ਅਫਰੀਕਾ ਤੋਂ ਆਇਆ ਜਾਂ ਫਿਰ ਕੋਈ ਹਰਿਆਣੇ ਤੋਂ ਆਇਆ, ਤਾਂ ਉਹ ਲੋਕ ਇੱਕ ਦੂਜੇ ਨੂੰ ਸਪੋਰਟ ਕਰਦੇ ਆ। ਉਹ ਲੋਕ ਇਹ ਨਹੀਂ ਕਹਿੰਦੇ ਕਿ ਹਾਂ ਇਹ ਵੱਖਰੇ ਨੇ। ਪਰ ਜਦੋਂ ਪੰਜਾਬੀ ਆਉਂਦਾ ਹੈ ਤਾਂ ਉਸ ਨੂੰ 2 ਭਾਗਾਂ 'ਚ ਵੰਡ ਦਿੱਤਾ ਜਾਂਦਾ ਹੈ, ਜਾਂ ਤਾਂ ਪੱਕੇ ਜਾਂ ਵਿਦਿਆਰਥੀ। ਇਹ ਵਿਤਕਰਾ ਕਿਉਂ ਹੈ, ਇਹ ਸਮਝ ਨਹੀਂ ਆਉਂਦਾ। ਤੇ ਤੁਹਾਨੂੰ ਲੱਗਦਾ ਕਿ ਇਸ ਵਿਤਕਰੇ ਕਰਕੇ ਸਟੂਡੈਂਟਸ ਆ ਕਿਤੇ ਨਾ ਕਿਤੇ ਪਿੱਛੇ ਰਹਿ ਰਹੇ ਆ ਆਪਦੀ ਲਾਈਫ ਸਟਾਈਲ ਦੇ ਵਿੱਚ? ਹਾਂਜੀ, ਇਸ ਵਿਤਕਰੇ ਕਰਕੇ ਕਈ ਵਾਰ ਸਟੂਡੈਂਟਸ ਦੀ ਲਾਈਫ ਸਟਾਈਲ ਵੀ ਖਰਾਬ ਹੁੰਦੀ ਹੈ। ਜਿਵੇਂ ਕਿ ਕਈ ਵਾਰ ਘਰਾਂ ਨੂੰ ਇਲੀਗਲੀ ਰੈਂਟ 'ਤੇ ਚੜ੍ਹਾਇਆ ਜਾਂਦਾ ਹੈ ਅਤੇ ਕਾਫੀ ਜ਼ਿਆਦਾ ਉਹਨਾਂ ਤੋਂ ਰੈਂਟ ਵੀ ਲਿਆ ਜਾਂਦਾ ਹੈ, ਪਰ ਲੀਗਲੀ ਫਿਰ ਵੀ ਨਹੀਂ ਰੱਖਿਆ ਜਾਂਦਾ ਉਹਨਾਂ ਨੂੰ, ਅਤੇ ਉਹਨਾਂ ਨੂੰ
ਗੱਲ-ਗੱਲ ਤੇ ਤਾਨੇ ਵੀ ਮਾਰੇ ਜਾਂਦੇ ਹਨ ਕਿ ਤੁਸੀਂ ਐਦਾਂ ਕੀਤਾ, ਐਦਾਂ ਨਹੀਂ। ਕਿ ਕੋਈ ਬੰਦਾ ਕਿਸੇ ਕੋਲ ਕੰਮ ਵੀ ਕਰਦਾ ਹੈ ਤਾਂ ਉਸਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਪੈਸੇ ਨਹੀਂ ਦਿੱਤੇ ਜਾਂਦੇ, ਜਾਂ ਫਿਰ ਘਰਾਂ ਦੇ ਵਿੱਚੋਂ ਇਲੀਗਲ ਰਹਿਣ ਕਰਕੇ ਉਹਨਾਂ ਨੂੰ ਹਮੇਸ਼ਾ ਹੀ ਕਿਹਾ ਜਾਂਦਾ ਹੈ ਅਗਰ ਤੁਸੀਂ ਇਹ ਨਹੀਂ ਕੀਤਾ ਤਾਂ ਤੁਹਾਨੂੰ ਕੱਢ ਦੇਵਾਂਗੇ, ਅਸੀਂ ਪੁਲਿਸ 'ਚ ਸ਼ਿਕਾਇਤ ਕਰ ਦਾਂਗੇ। ਅਤੇ ਕਈ ਵਾਰ ਇੱਦਾਂ ਹੁੰਦਾ ਕਿ ਜੋ ਨਵੇਂ ਸਟੂਡੈਂਟ ਆਉਂਦੇ ਹਨ, ਮੇਰੇ ਇੱਕ ਜਾਣਕਾਰ ਹੀ ਇੱਕ ਕੁੜੀ ਸੀ, ਅਤੇ ਉਹਨਾਂ ਦੇ ਜਿਹੜੇ ਓਨਰ ਸੀ ਉਹਨਾਂ ਨੇ ਇਲੀਗਲ ਬੇਸਮੈਂਟ ਬਣਾ ਕੇ ਉਸ ਦੇ ਵਿੱਚ ਕਾਫੀ ਕੁੜੀਆਂ ਨੂੰ ਰੱਖਿਆ ਹੋਇਆ ਸੀ। ਅਤੇ ਉਹ ਉਹਨਾਂ ਨੂੰ ਕਹਿੰਦਾ ਸੀ ਕਿ ਅਗਰ ਤੁਸੀਂ ਕਿਸੇ ਨੂੰ ਵੀ ਇਸ ਬੇਸਮੈਂਟ ਬਾਰੇ ਦੱਸਿਆ ਜਾਂ ਫਿਰ ਕਿਸੇ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਡਾਕੂਮੈਂਟ ਸੀਜ਼ ਕਰ ਲਵੇਗਾ। ਤੇ ਅਕਸਰ ਹੀ ਕਿਹਾ ਜਾਂਦਾ ਜਿਵੇਂ ਕਿ ਕੋਈ ਸਟੂਡੈਂਟਸ ਜਿਹੜੇ ਆ ਕੇ ਇੱਥੇ ਮਿਹਨਤਾਂ ਕਰਦੇ ਆ, ਉਹ ਆਪਦੀਆਂ ਗੱਡੀਆਂ ਖਰੀਦਦੇ ਆ ਜਦੋਂ, ਤੇ ਅਕਸਰ ਹੀ ਉਹਨਾਂ ਨੂੰ ਕਿਹਾ ਜਾਂਦਾ ਕਿ ਇਹਨਾਂ ਦੀਆਂ ਤਾਂ ਕਿਸ਼ਤਾਂ ਤੇ ਆ, ਇਹ ਹਵਾ ਮਾਰਦੇ ਆ, ਫੁਕਰੀ ਮਾਰਦੇ ਆ ਪਲਾਜ਼ਿਆਂ ਦੇ ਵਿੱਚ, ਤੇ ਉਹਦੇ ਬਾਰੇ ਵੀ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ, ਜ਼ਿਆਦਾਤਰ ਉਰੇ ਸਟੂਡੈਂਟ ਆਉਂਦੇ ਆ, ਜਿਵੇਂ ਮੈਂ ਆਇਆ ਸੀ, ਮੈਂ ਗੱਡੀ ਲਈ ਸੀ ਪਰ ਮੈਂ ਪੁਰਾਣੀ ਇੱਕ ਪਹਿਲਾਂ ਕੈਸ਼ 'ਤੇ ਲਿੱਤੀ ਸੀ, ਅਤੇ ਉਸ ਦਾ ਮੇਰਾ ਮੇਨ ਕੰਮ ਸੀਗਾ ਕਿ ਮੈਂ ਸਵੇਰੇ 7 ਵਜੇ ਕੰਮ 'ਤੇ ਜਾਣਾ ਹੁੰਦਾ ਸੀ ਅਤੇ ਸ਼ਾਮ ਨੂੰ 7 ਵਜੇ ਮੁੜਦਾ ਸੀ। ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਜੋ ਇਨਸਾਨ ਸਵੇਰੇ 7 ਤੋਂ ਸ਼ਾਮ ਦੇ 7 ਤੱਕ ਕੰਮ ਕਰ ਰਿਹਾ, ਉਹ ਪਲਾਜ਼ੇ ਦੇ ਵਿੱਚ ਗੇੜੀ ਜਾਂ ਕੁਝ ਕਰਨਾ, ਮੈਂ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦਾ। ਅਤੇ ਜੋ ਕਰਦੇ ਹੈ ਉਹ ਨਿੰਦਣਯੋਗ ਹੈ ਜੋ ਕਰਦੇ ਨੇ, ਕਿਉਂਕਿ ਅਗਰ ਆਪਾਂ ਕਿਸੇ ਆਪਣੇ ਪਰਿਵਾਰ ਦੀ ਧੀ ਭੈਣ ਨੂੰ ਜਾਂ ਕਿਸੇ ਕੁੜੀ ਨੂੰ ਲੈ ਕੇ ਪਲਾਜ਼ੇ ਵਿੱਚ ਜਾਂਦੇ ਹਾਂ ਤਾਂ ਉੱਥੇ ਇੱਦਾਂ ਹੁੰਦਾ ਕਿ ਤੁਸੀਂ ਸੇਫ ਫੀਲ ਨਹੀਂ ਕਰਦੇ। ਪਹਿਲਾਂ ਮੈਂ ਉਸ ਏਰੀਏ 'ਚ ਰਹਿੰਦਾ ਸੀਗਾ ਪਲਾਜ਼ੇ ਦੇ ਵਿੱਚ ਦੇ ਕੋਲ ਹੀ, ਅਤੇ ਉੱਥੇ ਜ਼ਿਆਦਾਤਰ ਜਿਹੜੇ ਲੋਕ ਮੈਂ ਜਾਂਦਾ ਸੀ ਮੈਨੂੰ ਨੋਰਮਲ ਲੱਗਦਾ ਸੀ, ਪਰ ਜਦੋਂ ਤੋਂ ਹੈ ਨਾ ਉੱਥੇ ਫੈਮਿਲੀ ਹੈ, ਭੈਣ ਜਾਂ ਕਿਸੇ ਨੂੰ ਨਾਲ ਲੈ ਕੇ ਜਾਂਦੇ ਤਾਂ ਹੁਣ ਫੀਲ ਹੁੰਦਾ ਕਿ ਹਾਂ ਲੋਕ ਇੱਥੇ ਕਿਉਂ ਖੜੇ ਰਹਿੰਦੇ ਹਨ ਅਤੇ ਕਿਉਂ ਕੁੜੀਆਂ ਨੂੰ ਤਾੜਦੇ ਰਹਿੰਦੇ ਹਨ ਜਾਂ ਫਿਰ ਈਵ ਟੀਜ਼ਿੰਗ ਹੁੰਦੀ ਹੈ। ਜਿਹੜੇ ਹੁਣ ਜਿਨ੍ਹਾਂ ਨੇ ਵੀ ਆਉਣਾ ਆ ਇੱਥੇ ਐਜ਼ ਅ ਸਟੂਡੈਂਟ ਵੀਜ਼ਾ, ਇਮੀਗ੍ਰੈਂਟ, ਜੋ ਵੀ ਜਿਨ੍ਹਾਂ ਨੇ ਵੀ ਇੱਥੇ ਆਉਣਾ, ਉਹਨਾਂ ਦੇ ਮਨ ਦੇ ਵਿੱਚ ਇੱਕ ਸਭ ਤੋਂ ਵੱਡਾ ਕੁਐਸਚਨ ਰਹਿੰਦਾ ਕਿ ਕੈਨੇਡਾ ਦੇ ਵਿੱਚ ਜੌਬ ਜਿਹੜੀ ਹੈ ਈਜ਼ੀਲੀ ਮਿਲ ਜਾਂਦੀ ਹੈ ਕਿ ਨਹੀਂ ਮਿਲਦੀ, ਅਤੇ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਜੌਬ ਈਜ਼ੀਲੀ ਮਿਲ ਜਾਂਦੀ ਆ ਕਿ ਹਾਲੇ ਸਟਰਗਲ ਕਰਨੀ ਪੈਂਦੀ ਹੈ ਉਸ ਚੀਜ਼ ਦੇ ਲਈ? ਦੇਖੋ ਜੀ, ਕਿਸੇ ਚੀਜ਼ ਨੂੰ ਪਾਉਣ ਲਈ ਮਿਹਨਤ ਤਾਂ ਕਰਨੀ ਪੈਂਦੀ ਹੈ। ਅਗਰ ਜੌਬ ਨਹੀਂ ਮਿਲੀ ਪਰ ਫਿਰ ਵੀ ਤੁਹਾਨੂੰ ਹਿੰਮਤ ਰੱਖਣੀ ਪੈਂਦੀ ਹੈ, ਕਿਉਂਕਿ ਐਜ਼ ਅ ਸਟੂਡੈਂਟ ਜਦ ਮੈਂ ਆਇਆ ਸੀਗਾ ਤਾਂ ਮੈਨੂੰ ਲਗਭਗ 5 ਮਹੀਨੇ ਸਿਰਫ ਥੋੜ੍ਹਾ ਕੰਮ ਮਿਲਦਾ ਸੀਗਾ। ਉਸ ਤੋਂ ਬਾਅਦ ਮੇਰਾ ਡਰੋਪ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਮੈਨੂੰ ਇੱਕ ਪਰਮਾਨੈਂਟ ਜੌਬ ਮਿਲੀ। ਟਰਾਈ ਕਰਨ ਦੇ ਨਾਲ ਮਿਲ ਜਾਂਦੀ ਹੈ, ਅਤੇ ਕਈ ਵਾਰ ਇੱਦਾਂ ਹੁੰਦਾ ਹੈ ਕਿ ਤੁਸੀਂ ਜਾਣਦੇ ਹੋ ਪਰ ਤੁਹਾਨੂੰ ਵਾਰ-ਵਾਰ ਟਰਾਈ ਕਰਨਾ ਪੈਂਦਾ ਹੈ, ਤਾਂ ਜੌਬ ਤਾਂ ਮਿਲ ਜਾਂਦੀ ਹੈ ਕੈਨੇਡਾ ਦੇ ਵਿੱਚ। ਜੌਬ ਮਿਲ ਜਾਂਦੀ ਹੈ, ਅਤੇ ਤੁਸੀਂ ਆਪਣੇ ਫੈਮਿਲੀ ਨੂੰ ਮਿਸ ਕਰਦੇ ਹੋਗੇ, ਅਤੇ ਫੈਮਿਲੀ ਦੇ ਲਈ ਕੁਝ ਡੈਡੀਕੇਟ ਕਰਨਾ ਚਾਹੁੰਦੇ ਹੋਵੇ ਜਦੋਂ ਪ੍ਰੋਗਰਾਮ ਦੇਖਣਗੇ ਤਾਂ? ਹਾਂਜੀ, ਸਭ ਤੋਂ ਜ਼ਿਆਦਾ ਇਨਸਾਨ ਜਦੋਂ ਆਉਂਦਾ ਉਰੇ ਤਾਂ ਆਪਣੇ ਮਾਂ-ਬਾਪ ਨੂੰ ਹੀ ਮਿਸ ਕਰਦਾ, ਅਤੇ ਮੈਂ ਆਪਣੀ ਮਦਰ ਲਈ ਕੁਝ ਸ਼ਾਇਰੀ ਲਿਖੀ ਸੀ ਅਤੇ ਮੈਂ ਉਹ ਤੁਹਾਨੂੰ ਸਾਰਿਆਂ ਨੂੰ ਸੁਣਾ ਸਕਦਾ। ਇੱਕ ਸਮਾਂ ਸੀ ਜਦੋਂ ਟੁੱਟਿਆ ਸੀ, ਸਭ ਦੇ ਨਾਲ ਰੁੱਸਿਆ ਸੀ, ਉਸ ਮਾੜੇ ਸਮੇਂ ਦੀ ਲੋਰ ਤੋਂ ਬਚਾਇਆ ਸੀ ਮੈਨੂੰ, ਹਰ ਮੋੜ ਤੇ ਤੇਰੇ ਸਹਾਰੇ ਦੀ ਮਾਂ ਲੋੜ ਹੈ ਮੈਨੂੰ, ਜਦ ਵੀ ਲੜਨਾ ਮੈਂ ਤੇਰੇ ਨਾਲ, ਫਿਰ ਤੇਰੀ ਮਮਤਾ ਨੇ ਹੀ ਸੀ ਵਰਾਇਆ ਮੈਨੂੰ, ਅੱਜ ਮਾਫੀ ਵੀ ਮੰਗਦਾ ਮੈਂ ਤੇਰੇ ਤੋਂ ਜੇ ਕਦੇ ਮੈਂ ਸਤਾਇਆ ਤੈਨੂੰ, ਅੱਜ ਬਾਹਰ ਆ ਕੇ ਵੀ ਸਭ ਤੋਂ ਵੱਧ ਯਾਦ ਆਨੀ ਹੈ ਮੈਨੂੰ, ਫੋਨ ਜਦ ਵੀ ਮੈਂ ਲਾਂਦਾ ਤੇਰੀ ਉਡੀਕ ਹੀ ਰਹਿੰਦੀ ਹੈ ਮੈਨੂੰ, ਲੰਬੇ ਪੈਂਡੇ ਨੇ ਇਸ ਦੇਸ਼ 'ਚ ਪਰ ਮਾਂ ਤੈਨੂੰ ਮਿਲਣੇ ਦੀ ਰੋਜ਼ ਉਡੀਕ ਰਹਿੰਦੀ ਹੈ ਮੈਨੂੰ, ਖੁਦ ਬਿਮਾਰ ਹੋ ਕੇ ਵੀ ਸਾਡਾ ਫਿਕਰ ਕਰਨਾ, ਐਨਾ ਫਿਕਰ ਤੂੰ ਕਰਦੀ ਐ ਮਾਂ, ਨਸੀਬ ਚੰਗੇ ਮਿਲੇ ਨੇ ਮੈਨੂੰ, ਖੈਰ ਇਹੀ ਮੰਗਦਾ ਕਿ ਤੂੰ ਖੁਸ਼ ਰਵੇ, ਕੋਈ ਤਕਲੀਫ ਨਾ ਮਿਲੇ ਤੈਨੂੰ, ਜਦੋਂ ਵੀ ਦੁੱਖ ਹੋਣਾ ਤੇਰੇ ਕੋਲ ਬਹਿ ਸਭ ਹਲਕਾ ਹੋ ਜਾਣਾ, ਤੇਰੀ ਗੋਦੀ ਵਰਗਾ ਪਿਆਰ ਕਿਤੇ ਮਿਲਦਾ ਨਾ ਮੈਨੂੰ, ਆਖਿਰ ਮੇਰੀ ਹਰ ਖੁਸ਼ੀ ਪਿੱਛੇ ਤੇਰੀ ਹੀ ਦੁਆ ਦਾ ਜ਼ਿਕਰ ਮਿਲਦਾ ਮੈਨੂੰ, ਕਿਸੇ ਨਾਲੋਂ 9 ਮਹੀਨੇ ਵੱਧ ਜ਼ਿਆਦਾ ਜਾਣਦੀ ਐ ਮੈਨੂੰ, ਉਹਦੇ ਹੁੰਦਿਆਂ ਕਿਸੇ ਚੀਜ਼ ਦੀ ਥੋੜ ਨਹੀਂ ਮੈਨੂੰ, ਰਿਸ਼ਤੇ ਹੋਰ ਵੀ ਨਿੱਘੇ ਬਹੁਤ ਨੇ ਇਸ ਦੁਨੀਆ 'ਤੇ ਪਰ ਤੇਰੇ ਨਾਲ ਰਹਿਣ ਦੀ ਸਾਰੀ ਉਮਰ ਮਾਂ ਲੋੜ ਹੈ ਮੈਨੂੰ। ਅਤੇ ਪੇਰੈਂਟਸ ਨੂੰ ਫਿਰ ਯਾਦ ਕਰਦੇ ਹੋ। ਅਤੇ ਇੱਕ ਜੇ ਗੱਲ ਕਰੀਏ ਜਦੋਂ ਮੰਮੀਆਂ ਦੇ ਫੋਨ ਆਉਂਦੇ ਆ ਘਰੋਂ, ਰਿਸ਼ਤੇਦਾਰਾਂ ਦੀ ਗੱਲ ਕਰ ਲਈ, ਉਹਨਾਂ ਦਾ ਇੱਕ ਹੀ ਸਵਾਲ ਹੁੰਦਾ ਕਿ ਮੁੰਡਿਆਂ ਵਿਆਹ ਕਦੋਂ ਕਰਾਉਣਾ, ਅਤੇ ਫਿਰ ਉਹ ਵਿਆਹ ਦੀਆਂ ਤਿਆਰੀਆਂ ਹੈਗੀਆਂ ਹਜੇ ਕਿ ਸੋਚਿਆ ਕਿ ਨਹੀਂ ਹਲੇ ਤਾਂ ਰੁਕ ਕੇ ਕਰਾਵਾਂਗੇ? ਨਹੀਂ ਜੀ, ਹਾਲੇ ਤਾਂ ਘਰਦਿਆਂ ਨੂੰ ਰੋਕਿਆ ਹੀ ਹੋਇਆ, ਕਿਉਂਕਿ ਰਿਸ਼ਤੇ ਤਾਂ ਕਹਿੰਦੇ ਆ ਪਰ ਮੈਂ ਸਭ ਤੋਂ ਪਹਿਲਾਂ ਸੈਟਅਪ ਹੋਣਾ ਚਾਹੁੰਦਾ ਉਰੇ ਚੰਗੀ ਤਰ੍ਹਾਂ, ਅਤੇ ਉਸ ਤੋਂ ਬਾਅਦ ਹੀ ਕੋਈ ਰਿਸ਼ਤੇ ਦੀ ਗੱਲ ਕਰਨਾ ਚਾਹੁੰਦਾ, ਕਿਉਂਕਿ ਜ਼ਿੰਮੇਵਾਰੀਆਂ ਹਾਲੇ ਹੋਰ ਵੀ ਬਹੁਤ ਨੇ, ਪੇਰੈਂਟਸ ਨੂੰ ਬੁਲਾਉਣਾ, ਆਪਣੇ ਬ੍ਰਦਰਸ ਨੂੰ ਬੁਲਾਉਣਾ ਅਤੇ ਉਹਨਾਂ ਨੂੰ ਵੀ ਸੈਟਅਪ ਕਰਨਾ, ਅਤੇ ਉਸ ਤੋਂ ਬਾਅਦ ਹੀ ਸੋਚਾਂਗਾ ਕੁਝ ਵਿਆਹ ਦਾ। ਅਤੇ ਇੱਦਾਂ ਦੀ ਇਹ ਜਿਹੜੀ ਕਿਹੜੀ ਚੀਜ਼ ਆ ਵੀ ਤੁਸੀਂ ਚਾਹੁੰਦੇ ਹੋ ਕਿ ਸਾਰੀ ਫੈਮਿਲੀ ਇੱਧਰ ਸੈੱਟ ਹੋਵੇ? ਵੀ ਇੰਡੀਆ ਦੇ ਵਿੱਚ ਇੱਦਾਂ ਦਾ ਕੀ ਮਾੜੀ ਚੀਜ਼ ਆ ਕਿ ਸਾਰੀ ਜਿਹੜਾ ਯੂਥ ਆਪਣਾ ਇੰਡੀਆ ਤੋਂ ਕੈਨੇਡਾ ਵੱਲ ਨੂੰ ਭੱਜ ਰਿਹਾ ਹੈ?
ਕੈਨੇਡਾ ਦੇ ਵਿੱਚ ਇੱਕ ਤਾਂ ਅਗਰ ਆਪਾਂ ਦੇਖੀਏ ਕਿ ਪੇਰੈਂਟਸ ਨੂੰ ਅਗਰ ਉਹ ਆਉਂਦੇ ਨੇ ਤਾਂ ਉਹਨਾਂ ਨੂੰ 올ਡ ਏਜ ਪੈਨਸ਼ਨ ਤੇ ਹੋਰ ਕਾਫੀ ਜ਼ਿਆਦਾ ਸਹੂਲਤਾਂ ਮਿਲਦੀਆਂ ਨੇ, ਜੋ ਕਿ ਸ਼ਾਇਦ ਮੈਨੂੰ ਲੱਗਦਾ ਇੰਡੀਆ 'ਚ ਨਹੀਂ ਮਿਲਦੀਆਂ। ਇੰਡੀਆ ਦੇ ਵੀ ਕੁਝ ਆਪਣੇ ਵੱਖਰੇ ਫਾਇਦੇ ਹਨ, ਜਿਵੇਂ ਕਿ ਉੱਥੇ ਲੋਕ ਇੱਕ ਦੂਜੇ ਨੂੰ ਸੁਸਾਇਟੀ ਜਾਂ ਥੋੜ੍ਹਾ ਬਹੁਤ ਪੇਰੈਂਟਸ ਨੂੰ ਰਿਹਾ ਕਿ ਐਡਜਸਟ ਹੋਣਾ ਮੁਸ਼ਕਿਲ ਹੋਏਗਾ। ਪਰ ਜਿਵੇਂ ਹੁਣ ਮੈਂ ਚਾਹੁੰਦਾ ਮੇਰੇ ਪੇਰੈਂਟਸ ਨਾ ਰਹਿਣ ਅਤੇ ਮੈਂ ਉਰੇ ਹੀ ਕੰਮ ਕਰਦਾ ਹਾਂ। ਉਹ ਮੇਰੀ ਮਾਤ ਭੂਮੀ ਹੈ ਪਰ ਇਹ ਮੇਰੀ ਕਰਮ ਭੂਮੀ ਹੈ ਕੈਨੇਡਾ, ਅਤੇ ਇੱਥੇ ਹੀ ਸਾਰਾ ਕੁਝ ਮੈਂ ਕੰਮ ਕੀਤਾ ਹੈ ਅਤੇ ਹੁਣ ਕੰਮ ਦਾ ਵੀ ਉਰੇ ਸੈੱਟ ਹੋਏਗਾ ਤਾਂ ਪੇਰੈਂਟਸ ਨਾਲ ਰਹਿਣ, ਇਹੀ ਮੇਰਾ ਚਾਅ ਹੈ। ਚਲੋ ਉਹਨਾਂ ਨੇ ਜਾਣਾ ਹੋਊਗਾ ਇੰਡੀਆ ਤਾਂ ਉਹ ਮੇਰੇ ਨਾਲ ਰਹਿੰਦੇ ਵੀ ਜਾ ਸਕਦੇ ਆ, ਪਰ ਮੈਂ ਚਾਹੁੰਦਾ ਕਿ ਉਹ ਵੀ ਉਰੇ ਸੈੱਟ ਹੋਣ ਤਾਂ ਕਿ ਅਗਲੀ ਜਨਰੇਸ਼ਨ ਤੇ ਉਹਨਾਂ ਨੂੰ ਵੀ ਆਪਣੇ ਜ਼ਿੰਦਗੀ ਦੇ ਵਿੱਚ ਸੁੱਖ ਮਿਲ ਸਕੇ। ਇੱਕ ਰਿਸ਼ਤੇਦਾਰਾਂ ਨੂੰ ਕੰਪਲੇਂਟ ਤਾਂ ਰਹਿੰਦੀ ਆ ਕਿ ਸਾਨੂੰ ਫੋਨ ਨਹੀਂ ਲਾਉਂਦੇ, ਪਰ ਕਈ ਵਾਰੀ ਇਦਾਂ ਵੀ ਹੁੰਦਾ ਕਿ ਜਦੋਂ ਆਪਾਂ ਫੋਨ ਲਾਉਂਦੇ ਆ ਰਿਸ਼ਤੇਦਾਰ ਨਹੀਂ ਫੋਨ ਚੱਕਦੇਗੇ। ਇਦਾਂ ਦਾ ਕਦੇ ਕੁਝ ਹੋਇਆ ਹੋਵੇ ਤੁਹਾਡੇ ਨਾਲ? ਹਾਂਜੀ, ਇੱਦਾਂ ਦਾ ਬਹੁਤ ਵਾਰ ਹੁੰਦਾ। ਕਈ ਵਾਰ ਜਿੱਦਾਂ ਕਿ ਮੈਂ ਇੱਧਰ ਜਾਗ ਰਿਹਾ ਹੁੰਦਾ ਅਤੇ ਮੈਂ ਫੋਨ ਲਾ ਲਾਂ ਅਤੇ ਫੋਨ ਚੱਕਣਗੇ ਅਤੇ ਕਹਿਣਗੇ ਕਿ ਆਪਣਾ ਯਾਰ ਅਸੀਂ ਤਾਂ ਸੁੱਤੇ ਪਏ ਸੀ। ਪਰ ਜਦੋਂ ਸਾਨੂੰ ਫੋਨ ਲਾਉਂਦੇ ਆ ਫਿਰ ਉਹ ਐਕਸਪੈਕਟ ਕਰਦੇ ਕਈ ਵਾਰ ਕਿ ਹਾਂ ਅਸੀਂ ਅਗਰ ਮੈਸੇਜ ਕੀਤਾ ਤਾਂ ਘੰਟੇ ਅੰਦਰ ਰਿਪਲਾਈ ਕਰੇ। ਕਈ ਵਾਰ ਇੱਦਾਂ ਹੁੰਦਾ ਕਿ ਇੱਥੇ ਬੰਦਾ ਕਈ ਵਾਰ ਦਿਮਾਗ 'ਤੇ ਕੋਈ ਗੱਲ ਹੁੰਦੀ ਹੈ ਜਾਂ ਕੁਝ ਹੁੰਦਾ ਅਤੇ ਉਹਦਾ ਦਿਲ ਵੀ ਨਹੀਂ ਕਰਦਾ 2 ਦਿਨ ਮੈਸੇਜ ਕਰਨ ਦਾ, ਜਾਂ ਫਿਰ ਉਹ ਕੰਮ ਤੋਂ ਹੀ ਇੰਨਾ ਥੱਕਿਆ ਹੁੰਦਾ ਕਿ ਉਹ ਆ ਕੇ ਸੋ ਜਾਂਦਾ ਜਾਂ ਕੁਝ ਵੀ, ਫਿਰ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਸਾਨੂੰ ਭੁੱਲ ਗਿਆ। ਮੈਂ ਇਹੀ ਕਹਿਣਾ ਚਾਹਾਂਗਾ ਕਿ ਕੋਈ ਇੱਥੇ ਭੁੱਲਦਾ ਨਹੀਂ। ਇੱਥੇ ਇਨਸਾਨ ਇਕੱਲਾ ਹੁੰਦਾ ਹੈ ਜਾਂ ਫਿਰ ਉਹਨੂੰ ਕੋਈ ਗੱਲ ਹੁੰਦੀ ਹੈ ਤਾਂ ਹੀ ਉਹ ਮੈਸੇਜ ਨਹੀਂ ਕਰਦਾ, ਕਿਉਂਕਿ ਪਿਛਲੇ ਲੋਕਾਂ ਨੂੰ ਤਾਂ ਕੋਈ ਭੁੱਲਦਾ ਨਹੀਂ ਹੈਗਾ। ਅਤੇ ਕਈ ਵਾਰ ਇੱਦਾਂ ਹੁੰਦਾ ਕਿ ਜਿਵੇਂ ਹੁਣ ਥੋੜ੍ਹੀ ਦੇਰ ਪਹਿਲਾਂ ਦੀ ਗੱਲ ਹੈ ਕਿ ਮੈਨੂੰ ਮੈਸੇਜ ਆਇਆ ਕਿਸੇ ਦਾ ਅਤੇ ਮੈਂ ਗੱਡੀ 'ਚ ਸੀ ਅਤੇ ਉਹਨਾਂ ਨੂੰ ਸੀਨ ਸ਼ੋ ਹੋ ਗਿਆ, ਅਤੇ ਜਦੋਂ ਮੈਂ ਕੰਮ 'ਤੇ ਪਹੁੰਚਿਆ ਤਾਂ ਮੈਨੂੰ ਮੈਸੇਜ ਹੋਰ ਆਏ ਹੋਏ ਕਿ ਤੂੰ ਭੁੱਲ ਗਿਆ, ਤੂੰ ਤਾਂ ਮੈਸੇਜ ਦਾ ਰਿਪਲਾਈ ਵੀ ਨਹੀਂ ਕਰਦਾ। ਹੁਣ ਉਹਨਾਂ ਨੂੰ ਕੀ ਦੱਸੀਏ ਕਿ ਅਸੀਂ ਕੰਮ 'ਤੇ ਜਾ ਰਹੇ ਸੀ ਜਾਂ ਫਿਰ ਸਾਨੂੰ ਉੱਥੇ ਜਾਂਦੀ ਸਾਰ ਕੰਮ ਕਰਨਾ ਪੈ ਗਿਆ। ਇਸ ਤਰ੍ਹਾਂ ਦੇ ਸਵਾਲ ਜਵਾਬ ਬਹੁਤ ਹੁੰਦੇ ਨੇ ਰਿਸ਼ਤੇਦਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਨਾਮ? ਮਹਿੰਦਰ ਸਿੰਘ ਧਾਲੀਵਾਲ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੈਨੇਡਾ ਦੇ ਵਿੱਚ ਰਹਿੰਦਿਆਂ ਨੂੰ? ਮੈਂ 72 ਚ ਆਏ ਸੀ, 27 ਅਕਤੂਬਰ 72। ਤੁਹਾਨੂੰ ਹੁਣ ਕਾਫੀ ਸਮਾਂ ਹੋ ਚੁੱਕਿਆ ਹੈ ਤੇ ਕੀ ਵਧੀਆ ਲੱਗਦਾ ਹੁਣ? ਕੈਨੇਡਾ ਜ਼ਿਆਦਾ ਵਧੀਆ ਲੱਗਦਾ ਕਿ ਆਪਣਾ ਪੰਜਾਬ ਵੀ ਵਧੀਆ ਲੱਗਦਾ? ਦੋਨੇ ਹੀ ਵਧੀਆ ਲੱਗਦੇ ਆ, ਕੈਨੇਡਾ ਵੀ ਵਧੀਆ ਲੱਗਦਾ, ਪੰਜਾਬ ਵੀ ਵਧੀਆ ਲੱਗਦਾ। ਤੇ ਫਿਰ ਉਦੋਂ ਤਾਂ ਇੰਨਾ ਕੈਨੇਡਾ ਦਾ ਕਹਿੰਦੇ ਕਰੇਜ਼ ਵੀ ਨਹੀਂ ਹੁੰਦਾ ਸੀਗਾ, ਤੇ ਫਿਰ ਉਦੋਂ ਕੀ ਸੋਚ ਕੇ ਆਏ ਸੀਗੇ ਵੀ ਕਿਹਨੇ ਤੁਹਾਨੂੰ ਇਨਸਪਾਇਰ ਕੀਤਾ ਹੋਵੇ ਵੀ ਨਹੀਂ ਜਾਣਾ ਹੀ ਜਾਣਾ ਆ? ਅਸੀਂ 3 ਫਰੈਂਡ ਸੀ, ਤਿੰਨੇ ਹੀ ਪੜ੍ਹਦੇ ਸੀ ਇਕੱਠੇ। ਉਦੋਂ ਬਾਅਦ ਪਾਸਪੋਰਟ ਬਣਾ ਲਏ ਤਿੰਨਾਂ ਨੇ, ਤੇ ਮੈਂ ਬੈਂਕ 'ਚ ਕੰਮ ਕਰਦਾ ਸੀ। ਉਦੋਂ ਬਾਅਦ ਮੇਰੇ ਫਰੈਂਡ ਮੇਰੇ ਬ੍ਰਦਰ ਨੂੰ ਮਿਲੇ, ਵੱਡੇ ਨੂੰ, ਰਾਏਕੋਟ ਕੋਲੇ ਪਿੰਡ ਆ ਸਾਡਾ। ਉਹ ਕਹਿੰਦੇ ਵੀ ਅਸੀਂ ਤਾਂ ਕੈਨੇਡਾ ਜਾਣ ਲੱਗੇ ਹਾਂ, ਤੁਸੀਂ ਉਹਨੂੰ ਦੇਖ ਲਓ ਜੇ ਭੇਜਣਾ। ਤੇ ਉਹ ਕਹਿੰਦੇ ਬਸ ਇੰਨੀ ਗੱਲ ਹੋਈ। ਉਦੋਂ ਬਾਅਦ ਤਿਆਰੀ ਕਰਕੇ 3 ਵੀਕਾਂ ਚੜ੍ਹਿਆ ਇੱਧਰ। ਤੇ ਤੁਹਾਨੂੰ ਐਂ ਕਿਉਂ ਲੱਗਦਾ ਹੈ ਕਿ ਵੀ ਆਪਾਂ ਨੂੰ ਇੰਡੀਆ ਛੱਡ ਕੇ ਇੱਥੇ ਆਉਣ ਦੀ ਲੋੜ ਪਈ, ਕਿ ਉੱਥੇ ਕਿਹੜੀਆਂ ਕਮੀਆਂ ਸੀ ਇਹੋ ਜਿਹੀਆਂ? ਉਦੋਂ ਤਾਂ ਬਹੁਤ ਕਮੀਆਂ ਸੀਗੀਆਂ। ਉਦੋਂ ਤਾਂ ਇਕਨੋਮਿਕਲੀ ਬਹੁਤ ਲੋੜ ਸੀ ਪੈਸੇ ਦੀ, ਸਾਰੇ ਪੈਸੇ ਕਮਾਉਣ ਹੀ ਆਏ ਆ ਪਹਿਲਾਂ ਇੱਥੇ। ਤੁਹਾਨੂੰ ਲੱਗਦਾ ਕਿ ਹੁਣ ਫਿਰ ਜਿੰਨਾ ਕੁਝ ਵੀ ਤੁਸੀਂ ਸੋਚ ਕੇ ਆਏ ਸੀ ਤੁਹਾਨੂੰ ਸਾਰਾ ਕੁਝ ਮਿਲ ਚੁੱਕਿਆ, ਤੁਸੀਂ ਆਪਦੀ ਲਾਈਫ ਵਿੱਚ? ਸਭ ਕੁਝ ਮਿਲ ਚੁੱਕਿਆ, ਸਭ ਬਿਲਕੁਲ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਨਾ ਇੱਥੇ ਘਾਟ ਆ ਨਾ ਉੱਥੇ ਘਾਟ ਆ ਹੁਣ ਕੋਈ। ਅਕਸਰ ਇਹ ਚੀਜ਼ ਕਹਿੰਦੇ ਆ ਕਿ ਜਿਹੜੇ ਇੱਥੇ ਸਟੂਡੈਂਟ ਆਏ ਆ ਉਹ ਗੰਦ ਪਾਉਂਦੇ ਆ, ਸਟੂਡੈਂਟਸ ਦੇ ਬਾਰੇ ਮਾੜਾ ਬੋਲਿਆ ਜਾਂਦਾ ਹੈ, ਤੇ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ? ਮੈਂ ਤਾਂ ਕੋਈ ਮਾੜਾ ਨਹੀਂ ਬੋਲਦਾ। ਸਟੂਡੈਂਟ ਮਿਹਨਤ ਕਰਦੇ ਆ, ਉਹਦਾ ਪੈਸਾ ਖਰਚ ਕੇ ਆਉਂਦੇ ਆ ਇੱਥੇ। ਸਾਰੇ ਸਟੂਡੈਂਟ ਤਾਂ ਮਾੜੇ ਹੁੰਦੇ ਨਹੀਂ, ਕੋਈ 100 ਚੋਂ ਇੱਕ ਦਾ ਮਾੜਾ ਹੁੰਦਾ ਵੀ ਹੈ। ਸਾਰੇ ਕਮਿਊਨਿਟੀਆਂ 'ਚ ਹੀ ਹੈ। ਤੇ ਜੇਕਰ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਕਿ ਦੋਨੇ ਚੀਜ਼ਾਂ ਹੀ ਵਧੀਆ ਲੱਗਦੀਆਂ, ਤੇ ਕੋਈ ਫੰਕਸ਼ਨ ਹੁੰਦਾ ਜਦੋਂ ਸਪੈਸ਼ਲੀ ਜਿਵੇਂ ਵਿਆਹ ਦੀ ਗੱਲ ਕਰ ਲਈਏ ਤਾਂ ਹੋਰ ਕੋਈ ਫੰਕਸ਼ਨ ਹੁੰਦੇ ਆ ਫਿਰ ਯਾਦ ਆਉਂਦੀ ਆ ਇੰਡੀਆ ਦੀ ਕਿ ਨਹੀਂ ਉੱਥੇ ਹੀ ਹੁੰਦੇ? ਚੰਗੀ ਗੱਲ। ਇਹ ਯਾਦ ਤਾਂ ਜਾਈਦਾ ਹਰੇਕ ਸਾਲ ਇੰਡੀਆ। ਆਹ ਕੋਵਿਡ ਕਰਕੇ ਨਹੀਂ ਜਾ ਸਕੇ ਇਸ ਸਾਲ। ਹਰੇਕ ਸਾਲ ਜਾਂਦੇ ਹਾਂ, 15-20 ਸਾਲ ਹੋ ਗਏ। ਪਹਿਲਾਂ 3-4 ਸਾਲ ਬਾਅਦ ਜਾਈਦਾ ਸੀ, ਹੁਣ ਹਰੇਕ ਸਾਲ ਜਾਈਦਾ। ਕਈ ਵਾਰੀ 2 ਵਾਰੀ ਵੀ ਜਾਈਦਾ। ਜਿਹੜੇ ਕੋਈ ਹੁਣ ਬੱਚੇ ਆ ਰਹੇ ਹੋਣਗੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਬਸ ਪੜ੍ਹਾਈ ਕਰਨ, ਪੜ੍ਹਾਈ ਨਾਲ ਹੀ ਆ ਸਾਰਾ ਕੁਝ। ਜਿਹੜੇ ਵਾਸਤੇ ਆਏ ਨੇ ਨਾ ਪੜ੍ਹਨ ਵਾਸਤੇ, ਪੜ੍ਹਾਈ ਕਰ ਲੈਣਾ ਆਪਦੀ ਪੂਰੀ, ਇੱਥੇ ਕਾਮਯਾਬੀ ਹੋਈ ਹੈ, ਕੋਈ ਘਾਟਾ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਮੇਰਾ ਨਾਮ ਕਰ ਸਿੰਘ। ਕਿੰਨਾ ਸਮਾਂ ਹੋ ਗਿਆ ਸਰ ਤੁਹਾਨੂੰ ਆਇਆ ਨੂੰ? ਮੈਨੂੰ ਹੋ ਗਿਆ 27 ਸਾਲ ਹੋ ਗਏ। 27 ਸਾਲਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਲੱਗਿਆ ਤੁਹਾਨੂੰ ਸਾਰੇ ਕੈਨੇਡਾ ਦਾ? ਪਹਿਲ ਜਦੋਂ ਅਸੀਂ ਆਏ ਸੀ 95 ਦੇ ਵਿੱਚ, ਉਸ ਟਾਈਮ ਮਾਹੌਲ ਕੁਝ ਹੋਰ ਸੀ, ਤੇ ਹੁਣ ਇਸ ਟਾਈਮ ਤੇ ਮਾਹੌਲ ਜਿਹੜਾ ਕੁਝ ਹੋਰ ਆ। ਕੀ ਬਦਲਾਅ ਆਇਆ ਹੈ ਮੇਨਲੀ ਮਾਹੌਲ ਦੇ ਵਿੱਚ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਕਾਫੀ ਜ਼ਿਆਦਾ ਬਦਲ ਚੁੱਕਿਆ? ਕਲਚਰ ਦਾ ਜਿਹੜਾ ਮਾਹੌਲ ਆ ਉਹ ਜਿਹੜਾ ਆਪਣਾ ਤਬਦੀਲ ਹੋ ਗਿਆ।
ਇੰਨੇ ਪੁਰਾਣੇ ਸਮੇਂ ਦੇ ਆਏ ਹੋਏ ਆ, ਉਦੋਂ ਮਤਲਬ ਇੰਨਾ ਲੋਕ ਆਉਂਦੇ ਹੀ ਨਹੀਂ ਸੀਗੇ ਕੈਨੇਡਾ ਦੇ ਵਿੱਚ। ਉਦੋਂ ਕੀ ਸੋਚ ਕੇ ਆਏ ਸੀਗੇ ਕਿ ਕਾਹਤੋਂ ਆਏ ਸੀ? ਨਹੀਂ, ਅਸੀਂ ਤਾਂ ਖੈਰ ਆਪਣੀ ਮਦਰ ਫਾਦਰ ਦੇ ਨਾਲ ਫੈਮਿਲੀ ਦੇ ਨਾਲ ਸਾਰੀ ਫੈਮਿਲੀ ਇੱਥੇ ਆਏ ਸੀ। ਅਸੀਂ 6 ਬ੍ਰਦਰ ਹੈ ਇੱਥੇ, 6 ਭਰਾ ਸੀ ਤੇ ਮਦਰ ਫਾਦਰ ਸਾਡੇ ਤੋਂ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਅਸੀਂ 95 ਦੇ ਵਿੱਚ ਆਏ ਸੀਗੇ। ਜੇਕਰ ਗੱਲ ਕਰੀਏ ਅੱਜ ਕੱਲ ਹੁਣ ਸਟੂਡੈਂਟਸ ਬਹੁਤ ਆ ਰਹੇ ਆ ਤੇ ਅਕਸਰ ਇਹ ਚੀਜ਼ ਵੀ ਕਹੀ ਜਾਂਦੀ ਹੈ ਕਿ ਸਟੂਡੈਂਟਸ ਨੇ ਗੰਦ ਪਾਇਆ ਹੋਇਆ, ਸਟੂਡੈਂਟਸ ਨੂੰ ਬਦਨਾਮ ਕੀਤਾ ਜਾਂਦਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਨਹੀਂ, ਸਟੂਡੈਂਟ ਠੀਕ ਹੈ ਆਪੇ ਆਪਣੀ ਜਗ੍ਹਾ ਤੇ, ਉਹ ਵੀ ਖੈਰ ਮਜਬੂਰੀਆਂ ਹੁੰਦੀਆਂ ਕਈਆਂ ਦੀਆਂ, ਬਹੁਤੀਆਂ ਹੈ ਨਾ, ਕਿਸੇ ਦੀ ਕਿਸੇ ਤਰ੍ਹਾਂ ਦੀ ਹੁੰਦੀ, ਕਿਸੇ ਦੀ ਕਿਸੇ ਤਰ੍ਹਾਂ ਦੀ ਆ, ਕੋਈ ਕਿਸੇ ਤਰ੍ਹਾਂ ਕਿਸੇ ਚੀਜ਼ ਤੋਂ ਟਾਈਟ ਆ, ਕੋਈ ਕਿਸੇ ਚੀਜ਼ ਤੋਂ, ਹੈ ਨਾ, ਇਹ ਚੀਜ਼ ਹੋ ਜਾਂਦੀ ਹੈ। ਬਾਕੀ ਉਹ ਠੀਕ ਹੈ, ਆਪਣੀ ਪੜ੍ਹਾਈ ਕਰਨ ਆਏ ਆ ਇੱਥੇ ਤੇ ਆਪਣਾ ਟਾਈਮ ਪਾਸ ਕਰੀ ਜਾਂਦੇ, ਮਿਹਨਤ ਮਜ਼ਦੂਰੀ ਵੀ ਕਰੀ ਜਾਂਦੇ ਆ, ਪੜ੍ਹੀ ਵੀ ਜਾਂਦੇ ਆ ਉਹ। ਤੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਇੰਡੀਆ ਨਾਲੋਂ ਜ਼ਿਆਦਾ ਕੈਨੇਡਾ ਜ਼ਿਆਦਾ ਵਧੀਆ ਹੈਗਾ ਆ ਕਿ ਆਪਾਂ ਉਹ ਆਪਣੀ ਕੰਟਰੀ ਛੱਡ ਕੇ? ਖੈਰ ਇਹ ਦੇਖੋ, ਇਹ ਵੀ ਤੁਸੀਂ ਕੁਐਸਚਨ ਕੀਤਾ ਹੈ, ਆਪਣੇ ਮੁਲਕ ਦੇ ਨਾਲ ਦੀ ਕੋਈ ਰੀਸ ਨਹੀਂ ਹੁੰਦੀ। ਆਪਣਾ ਮੁਲਕ ਜਿਹੜਾ ਹੁੰਦਾ ਆਪਣਾ ਹੀ ਹੁੰਦਾ, ਠੀਕ ਹੈ ਨਾ। ਇਹ ਤੇ ਹੁਣ ਆਪਣਾ ਇਹਦਾ ਅਸੀਂ ਦੌੜ ਕੇ ਨਾਲ ਰਲੇ ਆ ਇਹਨਾਂ ਦੇ ਨਾਲ, ਠੀਕ ਹੈ ਨਾ। ਤੇ ਹਰ ਇੱਕ ਕੰਟਰੀ ਦਾ ਇੱਕ ਆਪਣਾ ਕਲਚਰ ਹੈ। ਤੇ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਆ ਰਹੇ ਆ ਸਟੂਡੈਂਟਸ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਵੀ ਅੱਗੇ ਆ ਕੇ ਤੁਸੀਂ ਇਦਾਂ ਮਿਹਨਤ ਕਰੋ, ਸਾਰੀ ਲਾਈਫ ਸੈਟਲ ਕਰਨੀ ਆ? ਹਾਂ, ਉਹਨਾਂ ਦੇ ਕੋਲ ਇਹ ਦੋ ਹੀ ਚੀਜ਼ਾਂ ਬਸ, ਇੱਕ ਮਿਹਨਤ ਮਜ਼ਦੂਰੀ ਕਰਨ, ਦੂਸਰਾ ਆਪਣਾ ਜਿਸ ਮਕਸਦ ਬਾਰੇ ਆਏ ਆ ਉਹ ਆਪਣਾ ਮਕਸਦ ਦੇ ਉੱਤੇ ਸਟੈਂਡ ਰਹਿਣ। ਲਾਈਫ ਇਨ ਕੈਨੇਡਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲਾਂ ਬਾਤਾਂ ਕੀਤੀਆਂ ਇੱਥੋਂ ਦੇ ਸਟੂਡੈਂਟਸ ਦੇ ਨਾਲ, ਇਮੀਗ੍ਰੈਂਟਸ ਦੇ ਨਾਲ, ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਉਹਨਾਂ ਦਾ ਲਾਈਫ ਐਕਸਪੀਰੀਅੰਸ ਤੇ ਕਿਵੇਂ ਲੋਕ ਤਾਨੇ ਮਾਰਦੇ ਆ ਤੇ ਉਹਨਾਂ ਦੇ ਜਵਾਬ ਵੀ ਉਹਨਾਂ ਨੇ ਦਿੱਤੇ ਆ। ਤੇ ਇਸੇ ਤਰ੍ਹਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਵਾਂਗੇ ਲੋਕਾਂ ਦੇ ਨਾਲ। ਤਦ ਤੱਕ ਲਈ ਮੈਨੂੰ ਅਰਸ਼ਦੀਪ ਕੌਰ ਨੂੰ ਤੇ ਹਰਸ਼ ਨੂੰ ਦਿਓ ਇਜਾਜ਼ਤ। ਜੁੜੇ ਰਹੋ ਹਮਦਰਦ ਟੀਵੀ ਦੇ ਨਾਲ।